ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਬ ਲਉ ਨਹੀਂ ਭਾਗ ਲਿਲਾਰਿ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ। ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ। ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਧਰੋ। ਦੋਵੇਂ ਹੱਥ ਜੋੜ ਕੇ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀਆਂ ਮਹਾਨ ਰਹਿਮਤਾਂ ਮਹਾਨ ਬਖਸ਼ਿਸ਼ਾਂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਹਿਲੀ ਵਾਰ ਸੰਪਾਦਨਾ ਗੁਰੂ ਨਾਨਕ ਮਹਾਰਾਜ ਦੀ ਬਾਣੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਆਪਣੀ ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ, ਇਹਨੂੰ ਸਮੁੱਚੀ ਬਾਣੀ ਨੂੰ ਇੱਕ ਜਗ੍ਹਾ ਸੰਪਾਦਿਤ ਕੀਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਸਦਾ ਸਦਾ ਵਾਸਤੇ ਸਾਡੇ ਕਲਯੁਗੀ ਜੀਵਾਂ ਵਾਸਤੇ ਬਾਣੀ ਦਾ ਮਹਾਨ ਖਜ਼ਾਨਾ ਸਾਨੂੰ ਬਖਸ਼ਿਆ। ਬਾਣੀ ਨੂੰ ਸੰਪਾਦਿਤ ਕਰਨ ਦੀ ਕਿਉਂ ਲੋੜ ਪਈ, ਕਿਹੜੇ ਹਾਲਾਤਾਂ ਦੇ ਵਿੱਚ ਬਾਣੀ ਦਾ ਸੰਪਾਦਨ ਕਰਨਾ ਪਿਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਬਾਬਾ ਪਿਰਥੀ ਚੰਦ ਜੀ ਸੀਗੇ, ਜਿਹੜੇ ਉਹਨਾਂ ਦਾ ਪੁੱਤਰ ਮਿਹਰਬਾਨ, ਜੋ ਕਿ ਗੁਰੂ ਸਾਹਿਬਾਂ ਦੀ ਤਰ੍ਹਾਂ ਹੀ ਕਾਵ ਰਚਨਾ ਦੇ ਛੰਦ ਲਿਖਿਆ ਕਰਦਾ, ਪਰ ਉਹ ਗਲਤੀ ਇਹ ਕਰਦਾ ਸੀ ਵੀ ਅਖੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਵਰਤਦਾ ਸੀ।
ਆਪ ਜੀ ਸਾਰੇ ਬਾਣੀ ਪੜ੍ਹਨ ਵਾਲੇ ਹੋ। ਬਾਣੀ ਚਾਹੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੀਰ ਰਾਹੀਂ ਪ੍ਰਗਟ ਹੋਈ ਹੈ, ਚਾਹੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਰਾਹੀਂ ਬਾਣੀ ਪ੍ਰਗਟ ਹੋਈ, ਜਾਂ ਕਿਸੇ ਵੀ ਗੁਰੂ ਸਾਹਿਬ ਦੇ ਰਾਹੀਂ ਬਾਣੀ ਪ੍ਰਗਟ ਹੋਈ, ਕਿਸੇ ਵੀ ਸ਼ਬਦ ਦੇ ਵਿੱਚ ਤੁਹਾਨੂੰ ਇਹ ਸੰਕੇਤ ਨਹੀਂ ਮਿਲੇਗਾ ਵੀ ਇਹ ਬਾਣੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਰਚਨਾ ਤੋਂ ਉਚਾਰਨ ਹੋਈ ਹੈ। ਅਖੀਰ ਦੇ ਵਿੱਚ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਨਾਮ ਆਇਆ ਹੈ ਜਾਂ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਆਇਆ ਹੈ। ਨਾਮ ਸ੍ਰੀ ਗੁਰੂ ਨਾਨਕ ਮਹਾਰਾਜ ਦਾ ਹੀ ਆਵੇਗਾ। ਆਪਾਂ ਸਾਰੇ ਪੜ੍ਹਦੇ ਨੇ ਸ੍ਰੀ ਆਨੰਦ ਸਾਹਿਬ। ਸ੍ਰੀ ਆਨੰਦ ਸਾਹਿਬ ਦੀ ਬਾਣੀ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਵੀ ਇਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ? ਜਦੋਂ ਸ਼ੁਰੂ ਵਿੱਚ ਪੜ੍ਹਦੇ ਹਾਂ ਰਾਮ ਕਲੀ ਮਹੱਲਾ ਤੀਜਾ। ਜਦੋਂ ਰਾਮ ਕਲੀ ਮਹੱਲਾ ਤੀਜਾ ਪੜ੍ਹਦੇ ਹਾਂ ਫਿਰ ਪਤਾ ਲੱਗਦਾ ਵੀ ਇਹ ਤਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਬਾਕੀ ਦੀਆਂ 40 ਪੌੜੀਆਂ ਸ੍ਰੀ ਆਨੰਦ ਸਾਹਿਬ ਪੜ੍ਹੋ, ਇੱਕ ਪੌੜੀ ਦੇ ਵਿੱਚ ਵੀ ਆਪ ਜੀ ਨੂੰ ਇਹ ਸੰਕੇਤ ਨਹੀਂ ਮਿਲੇਗਾ ਵੀ ਇਹ ਬਾਣੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੈ। ਹਰੇਕ ਪੌੜੀ ਜਿੱਥੇ ਵੀ ਨਾਮ ਆਇਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਆਇਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਗੁਰੂ ਨਾਨਕ ਸਾਹਿਬ ਦਾ ਨਾਮ ਸਮੁੱਚੀ ਬਾਣੀ, ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਪਰ ਹੁਣ ਜੋ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਸੀ, ਉਹ ਵੀ ਆਪਣੀ ਕਾਵਿ ਰਚਨਾ ਦੇ ਨਾਲ ਨਾਨਕ ਪਦ ਵਰਤਣ ਲੱਗ ਪਿਆ। ਕੁਦਰਤੀ ਖੇਡ ਐਸੀ ਵਰਤੀ ਵੀ ਇੱਕ ਦਿਨ ਕੀਰਤਨ ਕਰਨ ਵਾਲੇ ਕੀਰਤਨੀਆਂ ਨੇ ਕੋਈ ਐਸਾ ਸ਼ਬਦ ਕੀਰਤਨ ਦੇ ਵਿੱਚ ਪੜ੍ਹ ਦਿੱਤਾ ਜੋ ਕਿ ਧੁਰ ਕੀ ਬਾਣੀ ਦਾ ਨਹੀਂ ਸੀ, ਮਿਹਰਬਾਨ ਦਾ ਉਚਾਰਨ ਕੀਤਾ ਹੋਇਆ ਸੀ। ਉਸ ਸ਼ਬਦ ਨੂੰ ਪੜ੍ਹਨ ਵੇਲੇ ਮਹਾਰਾਜ ਜੀਆਂ ਨੇ ਉਹਨਾਂ ਰਾਗੀਆਂ ਨੂੰ ਕੁਝ ਨਹੀਂ ਆਖਿਆ, ਪਰ ਬਾਅਦ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੁਖੀ ਸਿੱਖਾਂ ਨੂੰ ਕੋਲ ਸੱਦਿਆ। ਬਾਬਾ ਬੁੱਢਾ ਜੀ ਹੋਰ ਸਾਰੇ ਗੁਰਸਿੱਖਾਂ ਨੂੰ ਕੋਲ ਸੱਦ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਬਾਬਾ ਜੀ ਜੋ ਅੱਜ ਹੋਇਆ ਤੁਹਾਡੇ ਧਿਆਨ ਗੋਚਰੇ ਗੱਲ ਆਈ? ਬਾਬਾ ਜੀ ਕਹਿੰਦੇ ਹਾਂ ਮਹਾਰਾਜ ਜੀ, ਅਸੀਂ ਦੇਖਿਆ ਹੈ ਵੀ ਧੁਰ ਕੀ ਬਾਣੀ ਤੋਂ ਬਾਹਰਲਾ ਸ਼ਬਦ ਪੜ੍ਹਿਆ ਗਿਆ ਹੈ। ਮਹਾਰਾਜ ਕਹਿੰਦੇ ਬਾਬਾ ਜੀ ਫਿਰ ਇਸ ਗੱਲ ਦਾ ਕੋਈ ਉਪਾਅ ਸੋਚਣਾ ਚਾਹੀਦਾ। ਅਜੇ ਅਸੀਂ ਸਰੀਰ ਕਰਕੇ ਬੈਠੇ ਹਾਂ, ਸਾਡੇ ਹੁੰਦਿਆਂ ਜੇ ਬਾਣੀ ਦੇ ਵਿੱਚ ਮਿਲਾਵਟ ਹੋਣ ਲੱਗ ਪਈ ਬਾਅਦ ਵਿੱਚ ਕੀ ਹੋਏਗਾ? ਬਾਣੀ ਮੂਲ ਰੂਪ ਦੇ ਵਿੱਚ ਰਹੇਗੀ ਨਹੀਂ। ਸਾਹਿਬ ਆਪ ਜੀ ਬ੍ਰਹਮ ਗਿਆਨੀ ਹੋ, ਆਪ ਜੀ ਬੰਦਗੀ ਵਾਲੇ ਹੋ, ਆਪ ਜੀ ਕਮਾਈ ਵਾਲੇ ਹੋ, ਪੁਰਾਤਨ ਸਮੇਂ ਤੋਂ ਲੈ ਕੇ ਆਪ ਜੀ ਸਿੱਖੀ ਕਮਾ ਰਹੇ ਹੋ। ਆਪ ਜੀ ਨੇ ਇਸ ਗੱਲ ਨੂੰ ਤਾੜ ਲਿਆ, ਇਸ ਗੱਲ ਨੂੰ ਸਮਝ ਲਿਆ। ਹਰ ਇੱਕ ਸਿੱਖ ਸੰਗਤ ਦਾ ਇਹ ਨਹੀਂ ਸਮਝ ਸਕੇਗਾ ਵੀ ਇਹ ਬਾਣੀ ਗੁਰੂ ਕਿਆਂ ਦੀ ਬਾਣੀ ਹੈ ਜਾਂ ਇਹ ਹੋਰ ਕਿਸੇ ਦੀ ਹੈ। ਉਹ ਕੇਵਲ ਨਾਨਕ ਪਦ ਦੇਖਣਗੇ, ਕਹਿਣਗੇ ਵੀ ਬਾਣੀ ਗੁਰੂ ਕੀ ਹੀ ਹੈ, ਪਤਾ ਨਹੀਂ ਲੱਗੇਗਾ। ਇਹਦਾ ਹੱਲ ਕੀ ਹੋਣਾ ਚਾਹੀਦਾ? ਮਹਾਰਾਜ ਕਹਿੰਦੇ ਹੁਣ ਤਿਆਰੀ ਕਰੀਏ, ਆਪਾਂ ਸਾਰੀ ਬਾਣੀ ਨੂੰ ਇੱਕ ਜਗ੍ਹਾ ਇੱਕ ਜਿਲਦ ਦੇ ਵਿੱਚ ਕਰੀਏ ਤਾਂ ਕਿ ਇੱਕ ਵੀ ਅੱਖਰ ਦਾ ਵਾਧਾ ਘਾਟਾ ਨਾ ਹੋਵੇ। ਫਿਰ ਹੁਣ ਜਿੱਥੇ ਜਿੱਥੇ ਬਾਣੀ ਦੀਆਂ ਪੋਥੀਆਂ ਸੀ, ਮਹਾਰਾਜ ਜੀਆਂ ਨੇ ਉਹ ਪੋਥੀਆਂ ਇਕੱਤਰ ਕਰਨੀਆਂ ਸ਼ੁਰੂ ਕੀਤੀਆਂ। ਸਭ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੀਆਂ ਪੋਥੀਆਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਬਾ ਮੋਹਨ ਜੀ ਦੇ ਪਾਸ। ਬਾਬਾ ਮੋਹਨ ਜੀ ਕੌਣ ਸਨ? ਆਪਾਂ ਕਦੇ ਇਹਨਾਂ ਗੱਲਾਂ ਦੀ ਵਿਚਾਰ ਹੀ ਨਹੀਂ ਕਰਦੇ, ਆਪਾਂ ਕਦੇ ਇਹਨਾਂ ਗੱਲਾਂ ਦੀ ਖੋਜ ਹੀ ਨਹੀਂ ਕਰਦੇ, ਆਪਾਂ ਕੋਲ ਸਮਾਂ ਹੀ ਨਹੀਂ ਹੈ। ਪਰ ਜਿਨ੍ਹਾਂ ਦਾ ਹਿਰਦੇ ਤੋਂ ਪਿਆਰ ਹੋਵੇ ਉਹ ਜ਼ਰੂਰ ਇਹਨਾਂ ਗੱਲਾਂ ਦੀ ਖੋਜ ਕਰਦੇ ਨੇ, ਪਿਆਰ ਦੇ ਵਿੱਚ ਆ ਕੇ ਆਪਣੇ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਤੇ ਸੁਣਦੇ ਨੇ ਜ਼ਰੂਰ। ਬਾਬਾ ਮੋਹਨ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਸੀ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਪੁੱਤਰ ਸੀਗੇ।
ਬਾਬਾ ਮੋਹਨ ਜੀ ਤਿਆਗੀ ਵਿਰਾਗੀ ਆਤਮਾ ਸੀ, ਬਹੁਤ ਵੱਡੇ ਤਪੱਸਵੀ ਸਨ ਬਾਬਾ ਮੋਹਨ ਜੀ। ਅੱਜ ਵੀ ਤੁਸੀਂ ਜਦੋਂ ਗੋਇੰਦਵਾਲ ਸਾਹਿਬ ਜਾਂਦੇ ਹੋ, ਗੋਇੰਦਵਾਲ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਦੇ ਦਰਸ਼ਨ ਕਰਦੇ ਹੋ ਦਰਬਾਰ ਦੇ, ਉਥੋਂ ਨੇੜੇ ਹੀ ਬਾਜ਼ਾਰ ਵਿੱਚ ਹੀ ਜਾ ਕੇ ਮਹਾਰਾਜ ਜੀ ਦਾ ਪੁਰਾਤਨ ਘਰ, ਜਿਹਨੂੰ ਗੁਰਦੁਆਰਾ ਚੁਬਾਰਾ ਸਾਹਿਬ ਆਖਿਆ ਜਾਂਦਾ ਹੈ, ਉਹ ਗੁਰਦੁਆਰਾ ਚੁਬਾਰਾ ਸਾਹਿਬ ਬਾਬਾ ਮੋਹਨ ਜੀ ਦੀ ਉੱਥੇ ਰਿਹਾਇਸ਼ ਸੀ। ਜਿਹੜਾ ਚੁਬਾਰਾ ਸੀ ਨਾ ਜੀ, ਚੁਬਾਰਾ ਬਾਬਾ ਮੋਹਨ ਜੀ ਨੇ ਆਪਣੇ ਰਹਿਣ ਲਈ ਨਹੀਂ ਸੀ ਬਣਾਇਆ ਹੋਇਆ। ਚੁਬਾਰੇ ਦੇ ਵਿੱਚ ਪਲੰਘ ਲੱਗਿਆ ਹੋਇਆ ਸੀ ਤੇ ਉਸ ਪਲੰਘ ਦੇ ਉੱਤੇ ਪੋਥੀਆਂ ਸੁਸ਼ੋਭਿਤ ਸਨ। ਬਾਬਾ ਜੀ ਬਾਣੀ ਦਾ ਬਹੁਤ ਸਤਿਕਾਰ ਕਰਦੇ ਸੀ ਬਾਬਾ ਮੋਹਨ ਜੀ। ਬਾਬਾ ਮੋਹਨ ਜੀ ਵਿਰਕਤ ਆਤਮਾ ਸੀ ਤੇ ਉਹਨਾਂ ਦਾ ਕਿਸੇ ਨਾਲ ਕੋਈ ਬਹੁਤਾ ਲੈਣ ਦੇਣ ਨਹੀਂ ਸੀ, ਸਮਾਧੀ ਸਥਿਤੀ ਰਹਿੰਦੇ ਸੀ ਬਹੁਤਾ ਸਾਲ। ਬਹੁਤ ਤਿਆਗ ਦੀ ਬਿਰਤੀ ਸੀ ਇਹਨਾਂ ਦੀ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖਾਂ ਨੂੰ ਲੈ ਕੇ ਨਾਲ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ। ਬੌਲੀ ਸਾਹਿਬ ਇਸ਼ਨਾਨ ਕੀਤਾ, ਦਰਸ਼ਨ ਮੇਲੇ ਕੀਤੇ। ਬੇਅੰਤ ਸੰਗਤਾਂ ਨੂੰ ਪਤਾ ਲੱਗਿਆ, ਬਹੁਤ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਵੱਡਾ ਇਕੱਠ ਹੋ ਗਿਆ। ਸੰਗਤਾਂ ਮਹਾਰਾਜ ਦੇ ਦੀਦਾਰ ਕਰਕੇ ਨਿਹਾਲ ਹੋ ਰਹੀਆਂ। ਕਾਫੀ ਸਮੇਂ ਬਾਅਦ ਮਹਾਰਾਜ ਗੋਇੰਦਵਾਲ ਸਾਹਿਬ ਆਏ ਸੀ। ਤੇ ਹੁਣ ਬਾਬਾ ਬੁੱਢਾ ਜੀ ਆਦਿਕ ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਜੀ ਅਸੀਂ ਬਾਬਾ ਮੋਹਨ ਜੀ ਨੂੰ ਉਨਾ ਚਿਰ ਜਾ ਕੇ ਬੇਨਤੀ ਕਰਦੇ ਹਾਂ ਵੀ ਅਸੀਂ ਪੋਥੀਆਂ ਲੈਣ ਵਾਸਤੇ ਆਏ ਹਾਂ। ਜਾ ਕੇ ਆਵਾਜ਼ਾਂ ਮਾਰੀਆਂ, ਬੂਹਾ ਨਾ ਖੁੱਲਿਆ, ਬੂਹਾ ਖੜਕਾਇਆ, ਬੂਹਾ ਨਾ ਖੁੱਲਿਆ। ਬਾਬਾ ਜੀ ਤੇ ਹੋਰ ਗੁਰਸਿੱਖ ਮੁੜ ਕੇ ਆ ਗਏ, ਕਹਿੰਦੇ ਹਜ਼ੂਰ ਪੋਥੀਆਂ ਬਾਬਾ ਜੀ ਆਪਾਂ ਨੂੰ ਦੇ ਦੇਣਗੇ, ਉਹ ਤਾਂ ਬੂਹਾ ਵੀ ਨਹੀਂ ਖੋਲਦੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐਦਾਂ ਉਹਨਾਂ ਨੇ ਬੂਹਾ ਨਹੀਂ ਖੋਲਣਾ, ਅਸੀਂ ਚੱਲਦੇ ਹਾਂ। ਉਹਨਾਂ ਦੀ ਸੁਰਤ ਸ਼ਬਦ ਦੀ ਸਵਾਰੀ ਕਰਕੇ ਜਿੱਥੇ ਪੁੱਜੀ ਹੋਈ ਹੈ, ਜਦ ਤੱਕ ਉਹਨਾਂ ਦੀ ਸੁਰਤ ਨੂੰ ਸ਼ਬਦ ਦੀ ਖਿੱਚ ਨਹੀਂ ਪੈਂਦੀ, ਉਨਾ ਚਿਰ ਉਹਨਾਂ ਦੀ ਸੁਰਤ ਹੇਠਾਂ ਨਹੀਂ ਆਏਗੀ। ਤੇ ਹੁਣ ਜੀ ਫਿਰ ਹਜ਼ੂਰ ਆਪ ਗਏ ਬਾਬਾ ਮੋਹਨ ਜੀ ਦੇ ਪਵਿੱਤਰ ਅਸਥਾਨ ਦੇ ਕੋਲ, ਬਾਹਰ ਭੁੰਜੇ ਗਲੀ ਵਿੱਚ ਬੈਠ ਕੇ ਹਜ਼ੂਰ ਨੇ ਆਪ ਕੀਰਤਨ ਕੀਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਕੀਰਤਨ ਕੀਤਾ। ਜਦ ਸ਼ਬਦ ਦਾ ਕੀਰਤਨ ਹੋਵੇ, ਧੁਰ ਕੀ ਬਾਣੀ ਦਾ ਕੀਰਤਨ ਹੋਵੇ, ਔਰ ਕੀਰਤਨ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਰ ਰਹੇ ਹੋਣ, ਕੈਸਾ ਸਮਾਂ ਬਣਿਆ ਹੋਵੇਗਾ। ਫਿਰ ਬਾਬਾ ਮੋਹਨ ਜੀ ਦੀ ਸੁਰਤ ਜੋ ਦਸਮ ਦੁਆਰ ਵਿੱਚ ਟਿਕੀ ਹੋਈ ਸੀ, ਇੱਕਦਮ ਬਾਬਾ ਜੀ ਸੁਚੇਤ ਅਵਸਥਾ ਵਿੱਚ ਆਏ। ਬੂਹਾ ਖੋਲਿਆ, ਜਦ ਦੇਖਿਆ ਭਾਣਜਾ ਜੀ ਆਏ ਨੇ। ਹੁਣ ਇੱਕ ਪਰਖ ਕੀਤੀ ਬਾਬਾ ਮੋਹਨ ਜੀ ਨੇ। ਪਰਖ ਕੀ ਕੀਤੀ ਵੀ ਵੱਡਿਆਂ ਵਿੱਚ ਤੇ ਨਿਮਰਤਾ ਬਹੁਤ ਸੀ, ਇਹਨਾਂ ਵਿੱਚ ਦੇਖੀਏ ਨਿਮਰਤਾ ਹੈ, ਸਹਿਣਸ਼ੀਲਤਾ ਹੈ। ਬਾਬਾ ਮੋਹਨ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ, ਆਪਣੇ ਭਾਣਜੇ ਨੂੰ ਬਹੁਤ ਕੌੜੇ ਲਫ਼ਜ਼ ਬੋਲੇ। ਕਿਹੋ ਕਿਹੋ ਜਿਹੇ ਬਚਨ ਕਹੇ। ਗੁਰਤਾ ਗੱਦੀ ਤੁਸੀਂ ਲੈ ਗਏ, ਸੰਗਤਾਂ ਨੂੰ ਤੁਸੀਂ ਲੈ ਗਏ, ਮਾਣ ਵਡਿਆਈ ਤੁਹਾਡੇ ਕੋਲੇ ਚਲੀ ਗਈ। ਵੀ ਸਾਨੂੰ ਇੱਥੇ ਫਕਰਾਂ ਨੂੰ ਬਹਿ ਕੇ ਭਜਨ ਵੀ ਨਹੀਂ ਕਰਨ ਦਿੰਦੇ। ਹੁਣ ਕੀ ਲੈਣ ਆਏ ਸਾਡੇ ਕੋਲੇ, ਕਿਉਂ ਆਏ ਸਾਡੇ ਕੋਲੇ? ਇਹੋ ਜਿਹੇ ਬਚਨ ਘਰ ਆਇਆਂ ਨੂੰ ਕੋਈ ਬੋਲੇ, ਬੜੀ ਵੱਡੀ ਗੱਲ ਹੈ ਇਹ। ਪਰ ਜਿਵੇਂ ਜਿਵੇਂ ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਇਹੋ ਜਿਹੇ ਬੋਲ ਬੋਲ ਰਹੇ ਹੈ, ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਥ ਜੋੜ ਕੇ ਨਿਮਰਤਾ ਨਾਲ ਨੀਵੀਂ ਪਾਈ ਇਹੀ ਬੇਨਤੀਆਂ ਕਰੀ ਜਾਂਦੇ, ਬਾਬਾ ਜੀ ਬਹੁਤ ਪਿਆਰੇ ਬਚਨ ਹਨ, ਬਾਬਾ ਜੀ ਬੜੀ ਕਿਰਪਾ ਕਰ ਰਹੇ ਹੋ, ਬਾਬਾ ਜੀ ਬੜਾ ਤਰਸ ਕੀਤਾ, ਤੁਸੀਂ ਆਪਣੀ ਸਮਾਧੀ ਵਿੱਚੋਂ ਉੱਠ ਕੇ ਆਏ ਹੋ, ਬੜੀ ਕਿਰਪਾ ਕੀਤੀ, ਬੜਾ ਤਰਸ ਕਰਕੇ ਤੁਸੀਂ ਇਹ ਮਿੱਠੇ ਬੋਲ ਦਾਸ ਦੀ ਝੋਲੀ ਪਾ ਰਹੇ ਹੋ, ਤੁਹਾਡਾ ਕਿਵੇਂ ਸ਼ੁਕਰਾਨਾ ਕਰਾਂ। ਹੁਣ ਜਦੋਂ ਇਹੋ ਜਿਹੇ ਬਚਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਰ ਰਹੇ ਹੈ, ਥੋੜਾ ਚਿਰ ਬਾਬਾ ਮੋਹਨ ਜੀ ਨੇ ਦੇਖਿਆ
ਪਰ ਸਤਿਗੁਰਾਂ ਦੀ ਨਿਮਰਤਾ ਅੱਗੇ ਇੱਕਦਮ ਬਾਬਾ ਮੋਹਨ ਜੀ ਨੇ ਵੀ ਹੱਥ ਜੋੜ ਲਏ। ਕਹਿੰਦੇ ਤੁਹਾਡੇ ਕੋਲੇ ਆ ਨਿਮਰਤਾ ਦਾ, ਗਰੀਬੀ ਦਾ ਖਜ਼ਾਨਾ ਸੀ, ਇਸੇ ਹੀ ਕਰਕੇ ਤੁਸੀਂ ਸਾਰਾ ਕੁਝ ਸਾਡੇ ਕੋਲੋਂ ਲੈ ਗਏ। ਹੁਣ ਦੱਸੋ ਮੈਨੂੰ ਕੀ ਹੁਕਮ ਹੈ? ਮੈਂ ਦਾਸ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠਾ। ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਜੀ ਵੱਡਿਆਂ ਦਾ ਖਜ਼ਾਨਾ ਆਪ ਜੀ ਕੋਲੇ ਪਿਆ ਹੈ। ਉਸ ਖਜ਼ਾਨੇ ਨੂੰ ਅਸੀਂ ਆਪ ਜੀ ਦੀ ਇਜਾਜ਼ਤ ਦੇ ਨਾਲ, ਆਪ ਜੀ ਦੇ ਹੁਕਮ ਨਾਲ ਲੈਣ ਵਾਸਤੇ ਆਏ ਹਾਂ। ਉਹ ਸਾਰਾ ਖਜ਼ਾਨਾ ਇੱਕ ਜਗ੍ਹਾ ਇਕੱਤਰ ਕਰਨਾ ਹੈ। ਤੇ ਫਿਰ ਬਾਬਾ ਮੋਹਨ ਜੀ ਕਹਿੰਦੇ ਜੀ ਮਾਲਕ ਤੁਸੀਂ ਹੋ, ਮੈਂ ਤਾਂ ਚੌਂਕੀਦਾਰ ਹਾਂ। ਤੁਸੀਂ ਮਾਲਕ ਹੋ, ਚੌਂਕੀਦਾਰ ਨੂੰ ਪੁੱਛਣ ਦੀ ਕੀ ਲੋੜ ਹੈ? ਤੇ ਹਜ਼ੂਰ ਤੁਹਾਡਾ ਖਜ਼ਾਨਾ ਹੈ, ਤੁਸੀਂ ਲਿਜਾ ਸਕਦੇ ਹੋ। ਉੱਥੋਂ ਫਿਰ ਪਾਲਕੀ ਦੇ ਵਿੱਚ ਪੋਥੀਆਂ ਸਜਾਈਆਂ ਗਈਆਂ ਔਰ ਬੜੇ ਅਦਬ ਦੇ ਨਾਲ, ਬੜੇ ਪ੍ਰੇਮ ਦੇ ਨਾਲ ਸ਼ਬਦ ਕੀਰਤਨ ਕਰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੰਗਤਾਂ ਦੇ ਸਮੇਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ ਪੋਥੀਆਂ ਲੈ ਕੇ। ਔਰ ਵਿਲੱਖਣ ਗੱਲ ਇਹ ਸੀ ਬਈ ਸਾਰਾ ਰਸਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਰ ਸਾਹਿਬ ਕਰਦੇ ਆਏ ਔਰ ਪੋਥੀਆਂ ਦੀ ਪਾਲਕੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸੀ। ਤੇ ਜੋ ਹਰਮੰਦਰ ਸਾਹਿਬ ਸਰੋਵਰ ਦੀ ਪ੍ਰਕਰਮਾ ਦੇ ਵਿੱਚ ਦੁੱਖ ਭੰਜਣੀ ਬੇਰੀ ਤੋਂ ਨੇੜੇ ਹੀ ਇੱਕ 68 ਘਾਟ ਥੜਾ ਬਣਿਆ ਹੋਇਆ ਹੈ, ਉਹ ਯਾਦਗਾਰ ਹੈ ਜੀ। ਤੁਹਾਡੇ ਵਿੱਚੋਂ ਜਿਹੜੇ ਵੀ ਉਹਨਾਂ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੋਣਾ, ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ, ਕਦੇ ਜਾਣ ਦਾ ਸਮਾਂ ਮਹਾਰਾਜ ਜੀ ਬਖਸ਼ਿਸ਼ ਕਰਨ ਤਾਂ ਜ਼ਰੂਰ ਦਰਸ਼ਨ ਕਰਿਓ। ਉੱਥੇ ਬੋਰਡ ਲਿਖ ਕੇ ਲਾਇਆ ਹੋਇਆ ਇਤਿਹਾਸ। ਉਸ 68 ਘਾਟ ਉਸ ਅਸਥਾਨ ਤੇ ਸਭ ਤੋਂ ਪਹਿਲਾਂ ਜਾ ਕੇ ਉਹ ਪੋਥੀਆਂ ਵਾਲੀ ਪਾਲਕੀ ਸੁਸ਼ੋਭਿਤ ਕੀਤੀ ਸੀ। ਉਦੋਂ ਬਾਅਦ ਫਿਰ ਇਕਾਂਤ ਜਗ੍ਹਾ ਲੱਭੀ ਗਈ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਾਮਸਰ ਸਾਹਿਬ ਹੈ। ਗੁਰਦੁਆਰਾ ਰਾਮਸਰ ਜਿੱਥੇ ਹੁਣ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਛਾਪਣ ਦੀ ਪ੍ਰੈਸ ਲਾਈ ਹੋਈ ਹੈ, ਮਸ਼ੀਨਾਂ ਲੱਗੀਆਂ ਹੋਈਆਂ ਨੇ। ਉੱਥੇ ਉਸ ਵੇਲੇ ਝਿੜੀ ਸੀ, ਇੱਕ ਛੋਟਾ ਜਿਹਾ ਤਲਾਬ ਸੀ, ਬੜਾ ਇਕਾਂਤ ਸੀ। ਜਿੱਥੇ ਅੱਜ ਕੱਲ੍ਹ ਸ਼ਹੀਦਗੰਜ ਗੁਰਦੁਆਰਾ ਵੀ ਨਾ ਜੀ, ਬਾਬਾ ਦੀਪ ਸਿੰਘ ਸਾਹਿਬ ਜੀ ਦੀ ਯਾਦਗਾਰ, ਉਹਦੇ ਨੇੜੇ ਬਿਲਕੁਲ ਗੁਰਦੁਆਰਾ ਰਾਮਸਰ ਸਾਹਿਬ ਹੈ। ਉਸ ਵੇਲੇ ਉੱਥੇ ਝਿੜੀ ਸੀ ਤੇ ਮਹਾਰਾਜ ਜੀਆਂ ਨੇ ਫਿਰ ਉੱਥੇ ਤੰਬੂ ਲਵਾਏ। ਫਿਰ ਉੱਥੇ ਬਾਣੀ ਦੀ ਲਿਖਾਈ ਆਰੰਭ ਹੋਈ। ਲਿਖਾਈ ਲਾਇਆ ਗਿਆ ਭਾਈ ਗੁਰਦਾਸ ਜੀ ਨੂੰ। ਬਾਣੀ ਤਰਤੀਬਵਾਰ, ਸਭ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਰਹਿਰਾ ਸਾਹਿਬ ਦੇ ਸ਼ਬਦ, ਫਿਰ ਕੀਰਤਨ ਸੋਹਿਲੇ ਦੇ ਸੋਹਿਲਾ ਸਾਹਿਬ ਦੇ 5 ਸ਼ਬਦ, ਫਿਰ ਰਾਗਾਂ ਦੇ ਵਿੱਚ ਬਾਣੀ ਸ੍ਰੀ ਰਾਗ, ਮਾਝ ਰਾਗ, ਗੌੜੀ ਰਾਗ, ਆਸਾ ਰਾਗ, 30 ਰਾਗਾਂ ਦੇ ਵਿੱਚ ਬਾਣੀ ਉਸ ਵੇਲੇ ਤਾਈਂ ਪ੍ਰਗਟ ਸੀ। 31ਵਾਂ ਰਾਗ ਜਿਹੜਾ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਨ ਕੀਤਾ, ਜੋ ਕਿ ਫਿਰ ਦਮਦਮਾ ਸਾਹਿਬ ਦੀ ਧਰਤੀ ਜਦੋਂ ਦੂਜੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਸ ਵੇਲੇ ਚੜਾਈ ਗਈ ਸੀ ਵਿੱਚ। ਉਸ ਵੇਲੇ ਤੱਕ 5 ਸਤਿਗੁਰਾਂ ਦੀ ਬਾਣੀ ਤੇ ਮਹਾਰਾਜ ਜੀ ਨੇ ਫਿਰ ਸਾਰੀ ਬਾਣੀ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਆਪ ਲਿਖੀ ਸੀ। ਤਕਰੀਬਨ 1601 ਦੇ ਵਿੱਚ ਇਹ ਕਾਰਜ ਆਰੰਭ ਹੋਇਆ ਸੀ ਔਰ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੰਪੂਰਨ ਹੋਇਆ ਸੀ। 1604 ਦੇ ਵਿੱਚ ਫਿਰ ਹੁਣ ਇਸ ਸਰੂਪ ਦਾ ਪ੍ਰਕਾਸ਼ ਕਹਿੰਦੇ ਕਿੱਥੇ ਹੋਵੇ? ਕਹਿੰਦੇ ਹਰਮੰਦਰ ਸਾਹਿਬ ਦੇ ਵਿੱਚ। ਹੁਣ ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਨੂੰ ਜਦੋਂ ਸਰੂਪ ਲੈ ਕੇ ਜਾਣਾ ਤਾਂ ਸੰਗਤਾਂ ਜੈ ਜੈਕਾਰ ਕਰਦੀਆਂ ਜਾਣਗੀਆਂ ਨਾਲ। ਸ਼ਾਮ ਦਾ ਵਕਤ ਹੈ, ਵਿਚਾਰ ਹੋ ਰਹੀ ਹੈ ਵੀ ਕੱਲ ਨੂੰ ਸਰੂਪ
ਹਰਿਮੰਦਰ ਸਾਹਿਬ ਦਰਬਾਰ ਸਾਹਿਬ ਲੈ ਕੇ ਜਾਣਾ ਹੈ। ਪੋਥੀ ਪਰਮੇਸ਼ਰ ਕਾ ਥਾਨ। ਪਰ ਹੁਣ ਇਸ ਸਰੂਪ ਨੂੰ, ਇਸ ਪੋਥੀ ਸਾਹਿਬ ਨੂੰ, ਇਸ ਬੀੜ ਸਾਹਿਬ ਨੂੰ ਕੌਣ ਆਪਣੇ ਸੀਸ ਤੇ ਲੈ ਕੇ ਜਾਏਗਾ? ਕਿਸ ਦੇ ਸੀਸ ਦੇ ਉੱਤੇ ਇਹ ਬਾਣੀ ਸੁਸ਼ੋਭਿਤ ਹੋਏਗੀ? ਸਾਰੇ ਕਹਿੰਦੇ ਨੇ ਮਹਾਰਾਜ ਆਪ ਜੀ ਹੁਕਮ ਕਰੋ। ਮਹਾਰਾਜ ਕਹਿੰਦੇ ਬਹੁਤ ਪਵਿੱਤਰ ਸੀਸ ਹੋਣਾ ਚਾਹੀਦਾ, ਜਿਸ ਸੀਸ ਦੇ ਉੱਤੇ ਇਹ ਬਾਣੀ ਦਾ ਸਰੂਪ ਸੁਸ਼ੋਭਿਤ ਹੋਵੇ। ਮਹਾਰਾਜ ਜੀ ਆਪ ਜੀ ਤੋਂ ਪਵਿੱਤਰ ਸੀਸ ਹੋਰ ਕਿਹਦਾ ਹੋ ਸਕਦਾ ਹੈ? ਆਪ ਜੀ ਕਿਰਪਾ ਕਰੋ। ਮਹਾਰਾਜ ਕਹਿੰਦੇ ਨਹੀਂ, ਸਾਡੇ ਨਾਲੋਂ ਵੀ ਪਵਿੱਤਰ ਸੀਸ ਇੱਕ ਹੈਗਾ ਹੈ, ਜਿਨ੍ਹਾਂ ਦੇ ਸੀਸ ਤੇ ਇਹ ਸਰੂਪ ਸੁਸ਼ੋਭਿਤ ਹੋਏਗਾ। ਮਹਾਰਾਜ ਜੀ ਕੌਣ? ਆਪ ਜੀ ਤੋਂ ਵੀ ਪਵਿੱਤਰ ਸੀਸ ਵਾਲਾ ਕੋਈ ਹੈ? ਮਹਾਰਾਜ ਕਹਿੰਦੇ ਹਾਂ। ਕੌਣ ਜੀ? ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਵੀ ਦੀਦਾਰ ਕੀਤੇ ਤੇ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ ਹੋਈ ਹੈ। ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸਰੂਪ ਸੁਸ਼ੋਭਿਤ ਹੋਏਗਾ। ਹੁਣ ਵੱਡਾ ਜਲਾਓ ਸਜਿਆ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨ ਵਾਸਤੇ, ਸੁਸ਼ੋਭਿਤ ਕਰਨ ਵਾਸਤੇ ਪਵਿੱਤਰ ਸਰੂਪ ਲਿਜਾਇਆ ਜਾ ਰਿਹਾ। ਜੈ ਜੈਕਾਰ ਦੀਆਂ ਧੁਨੀਆਂ ਲੱਗੀਆਂ ਹੋਈਆਂ, ਫੁੱਲਾਂ ਦੀ ਵਰਖਾ ਹੋ ਰਹੀ, ਨਰਸਿੰਘੇ ਵੱਜ ਰਹੇ। ਅੱਜ ਵੀ ਜਦੋਂ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਸਤਿਗੁਰਾਂ ਦੇ ਪਵਿੱਤਰ ਸਰੂਪ ਆਉਂਦੇ ਵੇਖਦੇ ਹੋ, ਕਿਵੇਂ ਨਰਸਿੰਘੇ ਵੱਜਦੇ ਨੇ, ਪਾਲਕੀ ਸਾਹਿਬ ਨੂੰ ਮੋਢਾ ਦੇਣ ਵਾਲਿਆਂ ਨੂੰ ਵਾਰੀ ਨਹੀਂ ਆਉਂਦੀ। ਉਹ ਨਜ਼ਾਰਾ ਗੁਰੂ ਸਾਹਿਬਾਂ ਦੇ ਵੇਲੇ ਤੋਂ ਇਸੇ ਤਰ੍ਹਾਂ ਚੱਲ ਰਿਹਾ ਹੈ। ਦੇਖੋ ਸਾਧ ਸੰਗਤ ਜੀ, ਕਿਸੇ ਧਰਮ ਦੀ ਨਿਰਾਦਰੀ ਨਹੀਂ, ਕਿਸੇ ਧਰਮ ਦੀ ਨਿੰਦਿਆ ਨਹੀਂ। ਧਰਮ ਗ੍ਰੰਥ ਹੋਰ ਵੀ ਬਹੁਤ ਨੇ, ਸਾਰੇ ਧਰਮਾਂ ਦੇ ਧਰਮ ਗ੍ਰੰਥ ਸਤਿਕਾਰਯੋਗ ਹਨ। ਹਿੰਦੂ ਮਤ ਦੇ, ਮੁਸਲਮਾਨ ਮਤ ਦੇ, ਈਸਾਈ ਮਤ ਦੇ, ਹੋਰ ਜਿੰਨੇ ਵੀ ਧਰਮਾਂ ਦੇ ਧਰਮ ਗ੍ਰੰਥ ਹਨ, ਸਾਰੇ ਸਤਿਕਾਰਯੋਗ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਸਤਿਕਾਰ ਗੁਰੂ ਸਾਹਿਬਾਂ ਨੇ ਆਪ ਕੀਤਾ ਤੇ ਕਰਵਾਇਆ, ਉਹ ਹੋਰ ਕਿਸੇ ਦਾ ਵੀ ਨਹੀਂ ਹੋਇਆ, ਕਿਸੇ ਦਾ ਵੀ ਨਹੀਂ। ਫੌਜ ਦੇ ਵਿੱਚ ਇੱਕ ਵਾਰੀ ਬੜੀ ਇਸ ਗੱਲ ਦੀ ਚਰਚਾ ਛਿੜੀ, ਝਗੜਾ ਬਣ ਗਿਆ ਵੱਡੇ ਅਫਸਰਾਂ ਦੇ ਕੋਲ। ਕੁਝ ਹਿੰਦੂ ਭਰਾ ਤੇ ਮੁਸਲਮਾਨ ਭਰਾ ਇਕੱਠੇ ਹੋ ਕੇ ਗਏ। ਕਹਿੰਦੇ ਜਦੋਂ ਇੱਕ ਤੋਂ ਦੂਜੀ ਥਾਂ ਪਲਟਣਾ ਜਾਣੀਆਂ ਹੁੰਦੀਆਂ, ਉਸ ਵੇਲੇ ਤੁਸੀਂ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਲਈ ਇੱਕ ਪੂਰਾ ਡੱਬਾ ਤਿਆਰ ਕਰਦੇ ਹੋ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਵਾਰ ਹੁੰਦੇ, ਸੁਸ਼ੋਭਿਤ ਹੁੰਦੇ ਆ, ਤੇ ਸਾਨੂੰ ਵੀ ਇਹ ਸਹੂਲਤ ਦਿੱਤੀ ਜਾਵੇ। ਅਫਸਰ ਬੜਾ ਸਿਆਣਾ ਸੀ। ਅਫਸਰ ਕਹਿੰਦਾ ਕੋਈ ਨਹੀਂ ਬਈ, ਜਦੋਂ ਹੁਣ ਆਪਾਂ ਜਾਵਾਂਗੇ ਤੁਹਾਨੂੰ ਵੀ ਇਹ ਸਹੂਲਤ ਮਿਲੇਗੀ ਜ਼ਰੂਰ। ਹੁਣ ਜਾਣ ਦਾ ਸਮਾਂ ਆਇਆ, ਰੇਲਵੇ ਸਟੇਸ਼ਨ ਦੇ ਉੱਤੇ ਉਡੀਕਿਆ ਜਾ ਰਿਹਾ ਹੈ ਪਲਟਣ ਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਇੱਕ ਡੱਬਾ ਤਿਆਰ ਹੈ। ਹੁਣ ਜਿਹੜੇ ਹਿੰਦੂ ਭਾਈਚਾਰੇ ਵਾਲੇ ਵੀਰ, ਉਹਨਾਂ ਨੂੰ ਵੀ ਕਿਹਾ ਗਿਆ ਵੀ ਤੁਸੀਂ ਵੀ ਆਪਦੇ ਧਰਮ ਗ੍ਰੰਥ ਲੈ ਕੇ ਆਇਓ ਬਈ। ਮੁਸਲਮਾਨਾਂ ਨੂੰ ਵੀ ਕਿਹਾ। ਹੁਣ ਹਿੰਦੂ ਭਾਈਚਾਰੇ ਦਾ ਵੀਰ, ਫੌਜੀ ਭਰਾ ਭਗਵਤ ਗੀਤਾ ਨੂੰ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਐਂ ਜਿਵੇਂ ਬਾਕੀ ਦੀਆਂ ਕਿਤਾਬਾਂ ਚੱਕੀ ਦੀਆਂ ਐਂ ਪਕੜ ਕੇ ਤੇ ਸਟੇਸ਼ਨ ਦੇ ਪਲੇਟਫਾਰਮ ਤੇ ਤੁਰਿਆ ਜਾ ਰਿਹਾ। ਸਾਹਮਣੇ ਅਫਸਰ ਦੇਖ ਰਿਹਾ ਹੈ ਵੀ ਕਿੰਨੇ ਕੁ ਸਤਿਕਾਰ ਦੇ ਨਾਲ ਲਿਆ ਰਿਹਾ ਹੈ। ਆਖਿਆ ਕਿੱਥੇ ਹੈ ਜੀ ਸਾਡਾ ਡੱਬਾ ਜਿਹੜਾ ਅਲੱਗ ਸਾਨੂੰ ਤੁਸੀਂ ਦੇਣਾ? ਕਹਿੰਦੇ ਕੋਈ ਨਹੀਂ, ਰੁਕੋ, ਹੁਣੇ ਫੈਸਲਾ ਹੋ ਜਾਣਾ ਹੈ। ਮੁਸਲਮਾਨ ਵੀਰ ਆਇਆ, ਉਹ ਵੀ ਕੁਰਾਨ ਸ਼ਰੀਫ ਨੂੰ ਐਂ ਚੱਕ ਲਿਆ ਤੇ ਥੋੜੇ ਚਿਰ ਬਾਅਦ ਉੱਥੇ ਘੜਿਆਲ ਵੱਜਣ ਦੀ ਆਵਾਜ਼ ਆਈ, ਸੰਖ ਦੀ ਆਵਾਜ਼ ਆਈ ਕਿ ਇਹ ਕੀ? ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਰਹੇ। ਸਾਰੇ ਹੱਥ ਜੋੜ ਕੇ ਆਸੇ ਪਾਸੇ ਖੜੇ ਹੋ ਗਏ। ਮੂਰੇ ਮੂਰੇ ਇੱਕ ਫੌਜੀ ਸਿੰਘ ਪਾਣੀ ਛਿੜਕਦਾ ਜਾ ਰਿਹਾ ਹੈ, ਉਦੋਂ ਮਗਰ ਘੜਿਆਲ ਵਜਾਉਣ ਵਾਲਾ ਜਾ ਰਿਹਾ ਹੈ। ਮਹਾਰਾਜ ਦੇ ਸਰੂਪ ਗੁਰਸਿੱਖ ਦੇ ਸੀਸ ਤੇ ਹਨ। ਇੱਕ ਚੌਰ ਸਾਹਿਬ ਕਰ ਰਿਹਾ ਹੈ, ਇੱਕ ਸਿੱਖ ਨੇ ਛਤਰ ਫੜਿਆ ਹੋਇਆ ਹੈ, ਇੱਕ ਸਿੱਖ ਨੇ ਮਹਾਰਾਜ ਜੀ ਦੇ ਬਾਕੀ ਰੁਮਾਲੇ ਸਾਹਿਬ ਪੈਕ ਕਰਕੇ ਫੜੇ ਹੋਏ ਨੇ। ਅੱਛਾ, ਹੁਣ ਮਹਾਰਾਜ ਜੀਆਂ ਦਾ
ਅਲੱਗ ਡੱਬਾ ਤਿਆਰ ਹੈ ਤੇ ਮਹਾਰਾਜ ਜੀ ਦੇ ਸਰੂਪ ਫੌਜੀ ਸਿੰਘਾਂ ਨੇ ਉਹਦੇ ਵਿੱਚ ਸੁਸ਼ੋਭਿਤ ਕਰ ਦਿੱਤੇ। ਅਫਸਰ ਉਹਨਾਂ ਹਿੰਦੂ ਭਰਾਵਾਂ ਤੇ ਮੁਸਲਮਾਨ ਭਰਾਵਾਂ ਨੂੰ ਕਹਿੰਦਾ, ਫਰਕ ਦੇਖਿਆ ਹੀ? ਕੁਛ ਸਮਝ ਲੱਗੀ? ਇਹਨਾਂ ਨੂੰ ਵੱਖਰਾ ਡੱਬਾ ਕਿਉਂ ਦੇਈਦਾ ਹੈ? ਆਹ ਕਾਰਨ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਸਮੁੱਚੇ ਵਿਸ਼ਵ ਦੇ ਵਿੱਚ, ਗ੍ਰੰਥ ਸਾਰੇ ਹੀ ਸਤਿਕਾਰਯੋਗ ਨੇ, ਕੋਈ ਸ਼ੱਕ ਨਹੀਂ, ਜਿੱਥੋਂ ਵੀ ਗਿਆਨ ਮਿਲਦਾ ਹੈ। ਪਰ ਜੇ ਗੁਰੂ ਲਫ਼ਜ਼ ਲੱਗਦਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਲੱਗਦਾ, ਹੋਰ ਕਿਸੇ ਗ੍ਰੰਥ ਨਾਲ ਨਹੀਂ ਲੱਗਦਾ। ਇਹ ਵਿਲੱਖਣ ਗੱਲ ਹੈ, ਨਿਵੇਕਲੀ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਰ੍ਹਾਂ ਕਿਸੇ ਵੀ ਹੋਰ ਗ੍ਰੰਥ ਦਾ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਨਹੀਂ ਕੀਤਾ ਜਾਂਦਾ ਤੇ ਸ਼ਾਮਾਂ ਨੂੰ ਰਾਤ ਨੂੰ ਸੁਖਾਸਣ ਨਹੀਂ ਕੀਤਾ ਜਾਂਦਾ। ਕਿਸੇ ਵੀ ਹੋਰ ਗ੍ਰੰਥ ਦੇ ਪ੍ਰਕਾਸ਼ ਵਾਸਤੇ ਇੱਦਾਂ ਚੰਦੋਏ ਸਾਹਿਬ ਨਹੀਂ ਲੱਗਦੇ, ਚੌਰ ਸਾਹਿਬ ਨਹੀਂ ਹੁੰਦੇ, ਪੀੜੇ ਸਾਹਿਬ ਨਹੀਂ ਸਜਦੇ, ਰੁਮਾਲੇ ਸਾਹਿਬ ਨਹੀਂ ਲੱਗਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਰ੍ਹਾਂ ਹੋਰ ਕਿਸੇ ਗ੍ਰੰਥ ਦੇ ਸੁਖਾਸਣ ਵਾਸਤੇ ਪਲੰਘੇ ਸਾਹਿਬ, ਸੱਚਖੰਡ ਸਾਹਿਬ ਅਲੱਗ ਨਹੀਂ ਬਣਦੇ। ਇਹ ਮਰਜ਼ਾਦਾ ਕਿਸੇ ਮਨੁੱਖ ਨੇ ਨਹੀਂ ਤੋਰੀ, ਇਹ ਸ਼ਾਇਦ ਬਾਅਦ ਦੇ ਵਿੱਚ ਗੁਰੂ ਸਾਹਿਬਾਨ ਤੋਂ ਬਾਅਦ ਕਿਸੇ ਨੇ ਮਰਜ਼ਾਦਾ ਬਣਾ। ਇਹ ਤੇ ਮਰਜ਼ਾਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਚਲਾ ਗਏ ਸੀ। ਆਪ ਮਹਾਰਾਜ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ। ਮਹਾਰਾਜ ਦੇ ਬਚਨ ਉਸ ਵੇਲੇ ਦੇ ਇਤਿਹਾਸ ਵਿੱਚ ਲਿਖੇ ਹੋਏ ਨੇ। ਬੁੱਢਾ ਜੀ ਅਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੈ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ, ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਪੋਥੀ ਸਾਹਿਬ ਦਾ ਪ੍ਰਕਾਸ਼ ਕਰੋ ਤੇ ਹੁਕਮਨਾਮਾ ਲਓ, ਸਾਰੇ ਸਿੱਖ ਹੁਕਮਨਾਮਾ ਸੁਣਨ। ਉਸ ਵੇਲੇ ਫਿਰ ਹੁਕਮਨਾਮਾ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਈ ਬਾਣੀ। ਬਾਬਾ ਬੁੱਢਾ ਸਾਹਿਬ ਨੇ ਜੋ ਫਿਰ ਸੂਹੀ ਰਾਗ ਦੇ ਵਿੱਚੋਂ ਸ਼ਬਦ ਉਚਾਰਨ ਕੀਤਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣੇ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪਾਵਨ ਹੁਕਮਨਾਮਾ, ਪਹਿਲਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਵੇਲੇ ਦਾ। ਹਜ਼ੂਰੀ ਵਿੱਚ ਕੀਰਤਨ ਹੋਇਆ। ਹਜ਼ੂਰ ਮਹਾਰਾਜ ਸਾਰਾ ਦਿਨ ਬੈਠੇ ਕੀਰਤਨ ਸੁਣਦੇ ਰਹੇ। ਸ਼ਾਮਾਂ ਨੂੰ ਜਿਸ ਵੇਲੇ ਸੁਖਾਸਣ ਸਾਹਿਬ ਦਾ ਸਮਾਂ, ਹੁਣ ਕਿਸੇ ਨੂੰ ਮਰਜ਼ਾਦਾ ਦਾ ਨਹੀਂ ਸੀ ਪਤਾ ਵੀ ਇਹ ਕਿਵੇਂ ਖੇਡ ਵਰਤਣੀ ਹੈ, ਗਾਹਾਂ ਹੁਣ ਕਿਵੇਂ ਹੋਣਾ ਹੈ। ਸਾਰੇ ਸਿੱਖਾਂ ਵਾਸਤੇ ਇੱਕ ਬੜੀ ਨਿਵੇਕਲੀ ਤੇ ਵੱਖਰੀ ਗੱਲ ਸੀ। ਤੇ ਹਜ਼ੂਰ ਮਹਾਰਾਜ ਨੇ ਸੁਖਾਸਣ ਦੀ ਮਰਜ਼ਾਦਾ ਸਮਝਾਈ ਵੀ ਐਂ ਸੁਖਾਸਣ ਕਰੋ। ਸੁਖਾਸਣ ਕਿੱਥੇ ਕਰਨਾ ਜੀ? ਮਹਾਰਾਜ ਕਹਿੰਦੇ ਕੋਠਾ ਸਾਹਿਬ, ਜਿੱਥੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ ਜੀ, ਉਹਦੇ ਅੰਦਰਲੇ ਪਾਸੇ ਜਿੱਥੇ ਮਹਾਰਾਜ ਦੇ ਸੁਖਾਸਣ ਹੁੰਦੇ ਨੇ, ਉਹ ਗੁਰਦੁਆਰਾ ਕੋਠਾ ਸਾਹਿਬ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਉੱਥੇ ਉਹ ਗੁਰਦੁਆਰਾ ਕੋਠਾ ਸਾਹਿਬ ਹੀ ਇਕੱਲਾ ਸੀ। ਉਸੇ ਤਰ੍ਹਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਮਹਾਰਾਜ ਜੀ ਦੇ ਪਵਿੱਤਰ ਸਰੂਪ ਨੂੰ ਕੋਠਾ ਸਾਹਿਬ ਲਿਆਂਦਾ ਗਿਆ। ਇਹ ਕੋਠਾ ਸਾਹਿਬ ਅਸਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿਸ਼ਰਾਮ ਵਾਸਤੇ ਬਣਿਆ ਸੀ। ਉੱਥੇ ਮਹਾਰਾਜ ਜੀ ਦਾ ਪਲੰਘਾ ਲੱਗਿਆ ਹੋਇਆ ਸੀ ਪਹਿਲਾਂ। ਹੁਣ ਅੱਜ ਪਲੰਘਾ ਵੀ ਹੋਰ ਹੈ, ਬਿਸਤਰਾ ਵੀ ਉੱਤੇ ਨਵੇਕਲਾ ਨਵਾਂ ਵਿਛਿਆ ਹੋਇਆ ਹੈ। ਤੇ ਜਾ ਕੇ ਜਦੋਂ ਉੱਥੇ ਮਹਾਰਾਜ ਦੇ ਸਰੂਪ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਸ਼ੋਭਿਤ ਕੀਤੇ, ਤੇ ਬਾਬਾ ਬੁੱਢਾ ਸਾਹਿਬ ਜੀ ਜਾਣਦੇ ਤਾਂ ਸਾਰਾ ਕੁਝ ਸੀਗੇ, ਪਰ ਸੰਗਤਾਂ ਨੂੰ, ਸਿੱਖਾਂ ਨੂੰ ਸਮਝਾਉਣ ਖਾਤਰ ਬਾਬਾ ਬੁੱਢਾ ਸਾਹਿਬ ਜੀ ਪੁੱਛਦੇ, ਮਹਾਰਾਜ ਜੀ ਤੁਹਾਡੇ ਵਾਸਤੇ ਇੱਥੇ ਅਲੱਗ ਪਲੰਘਾ ਲਾ ਦਈਏ? ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਕਿਉਂ? ਆਪ ਜੀ ਕਿੱਥੇ ਆਰਾਮ ਕਰੋਗੇ? ਹਜ਼ੂਰ ਕਹਿੰਦੇ ਇਸ ਪਲੰਘੇ ਦੇ ਹੇਠਾਂ ਸਾਡੇ ਲਈ ਚਾਦਰ ਵਿਛਾ ਦਿਓ। ਗੁਰੂ ਗ੍ਰੰਥ ਸਾਹਿਬ ਦੇ ਪਲੰਘੇ ਦੇ ਬਰੋਬਰ ਕਿਸੇ ਦਾ ਪਲੰਘਾ ਨਹੀਂ ਲੱਗ ਸਕੂਗਾ ਕਦੇ ਵੀ। ਅਸੀਂ ਹੇਠਾਂ ਆਰਾਮ ਕਰਾਂਗੇ। ਅੱਜ ਤੱਕ ਤੁਸੀਂ ਕੋਠਾ ਸਾਹਿਬ ਗੁਰਦੁਆਰੇ ਜਾ ਕੇ ਦਰਸ਼ਨ ਕਰੋ, ਉਸ ਪਲੰਘੇ ਦੇ ਦਰਸ਼ਨ ਕਰਨੇ। ਹੇਠਾਂ ਅੱਜ ਵੀ ਚਿੱਟੇ ਰੰਗ ਦੀ ਸੂਤੀ ਚਾਦਰ ਵਿਛਦੀ ਹੈ, ਜੋ ਕਿ ਇਸ ਗੱਲ ਦਾ ਪ੍ਰਮਾਣ ਹੈ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਦਾ ਇੰਨਾ ਸਤਿਕਾਰ ਕੀਤਾ ਸੀ ਵੀ ਆਪ ਮਹਾਰਾਜ ਜੀ ਬਰੋਬਰ ਪਲੰਘਾ ਲਾ ਕੇ ਨਹੀਂ ਸੀ ਪਾਏ, ਜਦ ਕਿ ਗੁਰਤਾ ਗੱਦੀ ਦੇ ਉੱਤੇ ਹਜ਼ੂਰ ਆਪ ਸੁਭਾਏ ਮਾਨ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ।
और गुरु ग्रंथ साहिब नूं ते गुरता गद्दी अजे नहीं सी दित्ती। पर साध संगत जी गुरबाणी दा सत्कार रहतनामिਆਂ ਵਿੱਚ बचन है जी, जिन भै बाणी अदब ना धारा, जानो सो सिख नहीं हमारा। ਜਿਹੜਾ ਬਾਣੀ ਦਾ ਅਦਬ नहीं करता, ਜਿਹੜਾ ਬਾਣੀ ਦਾ ਸਤਿਕਾਰ नहीं करता, ਮਰ ਕਹਿੰਦੇ ਮੇਰਾ ਤਾਂ ਸਿੱਖ ਹੀ ਨਹੀਂ ਹੈ। ਸੋ ਇਹ ਬਹੁਤ ਵੱਡਾ ਮਹਾਨ ਪਰਉਪਕਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਡੇ ਸਾਰਿਆਂ ਤੇ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪਾਦਨਾ। ਹੁਣ ਇੱਕ ਬੇਨਤੀ, ਕੱਲ ਨੂੰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸ਼ਹੀਦੀ ਪੁਰਬ ਹੈ, ਆਪਾਂ ਸਾਰੇ ਆਪੋ ਆਪਣੇ ਤਰੀਕੇ ਨਾਲ ਹਜ਼ੂਰ ਦੇ ਪੁਰਬ ਨੂੰ ਸਮਰਪਿਤ ਹੋ ਕੇ ਬਾਣੀ ਪੜ੍ਹੀਏ। ਕੱਲ ਵੀ ਬੇਨਤੀ ਕੀਤੀ ਸੀ, ਪਰ ਫਿਰ ਸਾਨੂੰ ਕਈ ਸੰਗਤਾਂ ਦੇ ਸੁਨੇਹੇ ਹੁਕਮ ਆਏ ਵੀ ਤੁਸੀਂ ਸੰਗਤ ਨੂੰ ਇਹ ਜ਼ਰੂਰ ਕਹੋ ਵੀ ਇੰਨੀ ਇੰਨੀ ਬਾਣੀ ਤਾਂ ਘੱਟੋ ਘੱਟ ਪੜ੍ਹੋ, ਕਿਉਂਕਿ ਸਾਡਾ ਸੁਭਾਅ ਬਣ ਗਿਆ ਹੈ, ਸੁਭਾਅ ਬਣ ਗਿਆ ਹੈ। ਡਿਊਟੀ ਲੱਗ ਜਾਏ ਉਹਨੂੰ ਡਿਊਟੀ ਸਮਝ ਕੇ ਨਿਭਾਉਂਦੇ ਆ, ਆਪਣੇ ਆਪ ਆਪਣੇ ਤਰੀਕੇ ਦੇ ਨਾਲ ਘੱਟ ਹੀ ਯਤਨ ਕਰਦੇ ਆ ਵੀ ਨਹੀਂ ਆਪਾਂ ਵੱਧ ਤੋਂ ਵੱਧ ਕਰੀਏ। ਮਨ ਢੀਠ ਹੋ ਜਾਂਦਾ ਨਾ ਜੀ। ਇੱਕ ਤੇ ਗੱਲ ਹੁੰਦੀ ਆ ਵੀ ਸਮਾਂ ਨਹੀਂ ਬਣਿਆ, ਸਮਾਂ ਨਹੀਂ ਮਿਲਿਆ, ਕੋਈ ਮਜਬੂਰੀ ਹੋ ਗਈ, ਪਰ ਇੱਕ ਸਮਾਂ ਹੋਣ ਦੇ ਬਾਵਜੂਦ ਵੀ ਫਿਰ ਵੀ ਨਹੀਂ ਕਰਦੇ। ਤੇ ਉਸ ਵਾਸਤੇ ਬੇਨਤੀ ਹੈ ਜੀ, ਕੱਲ ਨੂੰ ਹਜ਼ੂਰ ਦਾ ਸ਼ਹੀਦੀ ਪੁਰਬ ਹੈ। ਸਤਿਗੁਰਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਹੋਏ ਸਤਿਗੁਰਾਂ ਦੀ ਨੇੜਤਾ ਦਾ ਅਹਿਸਾਸ ਕਰੀਏ। ਸੁਖਮਨੀ ਸਾਹਿਬ ਦੇ ਪਾਠ ਕਰ ਸਕਦੇ ਹੋ ਤੇ ਘੱਟੋ ਘੱਟ ਕੱਲ ਨੂੰ 2 ਸੁਖਮਨੀ ਸਾਹਿਬ ਕਰਿਓ। ਜੇ ਜਪਜੀ ਸਾਹਿਬ ਦੇ ਪਾਠ ਕਰ ਸਕਦੇ ਹੋ ਤੇ ਘੱਟੋ ਘੱਟ 21 ਜਪਜੀ ਸਾਹਿਬ ਦੇ ਪਾਠ ਕਰਨੇ। ਜੇ ਚੌਪਈ ਸਾਹਿਬ ਦੇ ਪਾਠ ਕਰ ਸਕਦੇ ਹੋ ਤੇ ਘੱਟੋ ਘੱਟ 51 ਪਾਠ ਚੌਪਈ ਸਾਹਿਬ ਦੇ ਕਰਿਓ। ਜੇ ਮੂਲ ਮੰਤਰ ਕਰ ਸਕਦੇ ਹੋ, ਕਈ ਬਾਣੀ ਨਹੀਂ ਪੜ੍ਹਨੀ ਜਾਣਦੇ, ਮੂਲ ਮੰਤਰ ਹੀ ਕਰਨਾ ਜਾਣਦੇ ਨੇ, ਤੇ ਘੱਟੋ ਘੱਟ 11 ਮਾਲਾ 108 ਮਣਕੇ ਦੀਆਂ, 27 ਮਣਕੇ ਵਾਲੇ ਸਿਮਰਨੇ ਨਹੀਂ, 108 ਮਣਕੇ ਦੀ ਜਿਹੜੀ ਸੰਪੂਰਨ ਮਾਲਾ ਹੁੰਦੀ ਹੈ, 11 ਮਾਲਾ ਮੂਲ ਮੰਤਰ ਦੀਆਂ ਕਰਿਓ। ਜੇ ਵਾਹਿਗੁਰੂ ਗੁਰਮੰਤਰ ਦੀਆਂ ਕਰਨੀਆਂ ਤਾਂ 101 ਮਾਲਾ ਵਾਹਿਗੁਰੂ ਗੁਰਮੰਤਰ ਦੀ ਕਰਿਓ। ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ। ਇਹ ਕੱਲ ਨੂੰ ਆਪਣਾ ਨਿਯਮ ਨਿਤਨੇਮ ਇਹ ਜ਼ਰੂਰ ਕਰਨਾ। ਮਹਾਰਾਜ ਜੀ ਦੀ ਸ਼ਹੀਦੀ ਦੇ ਪੁਰਬ ਨੂੰ ਸਮਰਪਿਤ ਹੋ ਕੇ ਮਹਾਰਾਜ ਦੀ ਕੁਰਬਾਨੀ ਨੂੰ ਸਿਜਦਾ ਕਰਨਾ ਹੈ। ਸਮੇਂ ਚੋਂ ਸਮਾਂ ਕੱਢਣਾ ਜ਼ਰੂਰ। ਹਜ਼ੂਰ ਕਿਰਪਾ ਕਰਨਗੇ ਜ਼ਰੂਰ ਆਪਾਂ ਸਾਰਿਆਂ ਤੇ ਫਿਰ ਸ਼ਾਮ ਤੱਕ ਜੇ ਆਪ ਜੀ ਸਾਨੂੰ ਸੂਚਿਤ ਕਰਦੇ ਹੋ ਤੇ ਸ਼ਾਮ ਦੇ ਨਿਤਨੇਮ ਤੋਂ ਬਾਅਦ ਜਦੋਂ ਅਰਦਾਸ ਹੋਏਗੀ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕੀਤੀ ਜਾਏਗੀ। ਤੇ ਬਾਕੀ ਕੋਸ਼ਿਸ਼ ਹੈ ਸਾਡੀ ਵੀ ਕੱਲ ਨੂੰ ਸ਼ਾਮ ਦਾ ਦੀਵਾਨ 7:30 ਤੋਂ 8:30 ਕੀਤਾ ਜਾਵੇ। ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਵਿਚਾਰ ਕੀਤੀ ਜਾਵੇ। ਫਿਰ ਉਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰਿਆਂ ਦੇ ਪਾਠ ਜਾਪ ਦੀ ਅਰਦਾਸ ਹੋਏਗੀ। ਤੇ ਜ਼ਰੂਰ ਸਾਨੂੰ ਸੂਚਿਤ ਕਰ ਦਿੱਤਾ ਜਾਵੇ ਜੀ। ਸਾਡੀ ਬੇਨਤੀ ਹੈ, ਬਾਣੀ ਜ਼ਰੂਰ ਪੜ੍ਹਨੀ ਹੈ ਜੀ। ਤੇ ਹਜ਼ੂਰ ਦੇ ਇਤਿਹਾਸ ਦੇ ਵਿੱਚੋਂ ਹੋਰ ਵੀ ਵਿਚਾਰ ਜਿੰਨੀ ਹੋ ਸਕੇਗੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜ਼ਰੂਰ ਕਰਾਂਗੇ। ਆਓ ਜਿੰਨਾ ਸਮਾਂ ਆਪਣੇ ਕੋਲੇ ਹੁਣ ਹੈਗਾ, ਮਹਾਂਪੁਰਸ਼ਾਂ ਦਾ ਸਥਾਨ ਹੈ ਜੀ ਇਹਨਾਂ ਦਾ, ਸੰਤ ਬਾਬਾ ਜਵੰਤ ਸਿੰਘ ਜੀ ਦਾ, ਰਾਜਾ ਸੰਸੀ। ਔਰ ਜਦੋਂ 에ਅਰਪੋਰਟ ਬਣਿਆ, ਸਰਕਾਰਾਂ ਨੇ ਬਣਾਇਆ, ਇਹ ਇੱਕ ਪ੍ਰਤੱਖ ਘਟਨਾ ਹੈ ਜੀ, ਸੱਚ ਹੈ ਇਹ, ਬਿਲਕੁਲ ਔਨ ਰਿਕਾਰਡ ਹੈ। ਜਿਸ ਵੇਲੇ 에ਅਰਪੋਰਟ ਬਣਿਆ ਤੇ ਸਰਕਾਰਾਂ ਨੇ ਜਾਂ 에ਅਰਪੋਰਟ ਅਥਾਰਟੀ ਨੇ ਗੁਰਦੁਆਰੇ ਨੂੰ ਜਿੰਦੇ ਲਾਤੇ, ਇਹ ਕੋਈ ਗੁਰਦੁਆਰੇ ਨਹੀਂ ਜਾ ਸਕੇਗਾ। ਵੀ 에ਅਰਪੋਰਟ ਦੀ ਸਿਕਿਉਰਿਟੀ ਦੀ ਗੱਲ ਹੈ, ਇਹ ਇੰਟਰਨੈਸ਼ਨਲ 에ਅਰਪੋਰਟ ਹੈ ਤੇ ਗੁਰਦੁਆਰੇ ਨਹੀਂ ਕੋ ਜਾ ਸਕੇਗਾ। ਜਦੋਂ ਪਹਿਲਾ ਜਹਾਜ਼ ਲੈਂਡ ਹੋਣਾ ਸੀ ਇੱਥੇ ਤੇ ਉਹਨੂੰ ਥੱਲੇ 에ਅਰਪੋਰਟ ਹੀ ਨਹੀਂ ਸੀ ਦਿਸ ਰਿਹਾ, ਸਮੁੰਦਰ ਦਿਸ ਰਿਹਾ ਸੀ। ਉਹਦੇ ਨਾਲ ਜਦੋਂ ਸੰਪਰਕ ਕੀਤਾ ਜਾਂਦਾ ਸੀ 에ਅਰਪੋਰਟ ਵਾਲਿਆਂ ਵੱਲੋਂ ਵੀ ਤੁਸੀਂ ਜਹਾਜ਼ ਕਿਉਂ ਨਹੀਂ ਲੈਂਡ ਕਰ ਰਹੇ, ਤੇ ਉਹ ਅੱਗੇ ਕਹਿੰਦਾ ਸੀ ਵੀ ਮੈਨੂੰ ਤਾਂ ਦਿਸ ਹੀ ਨਹੀਂ ਰਿਹਾ ਥੱਲੇ ਕੁਛ ਵੀ, ਮੈਨੂੰ ਤਾਂ ਸਮੁੰਦਰ ਦਿਸ ਰਿਹਾ ਇੱਥੇ।
2-3 ਵਾਰੀ ਐਸਾ ਹੋਇਆ ਸੀ, ਵਾਪਸ ਦਿੱਲੀ ਨੂੰ ਜਹਾਜ਼ ਲੈ ਜਾਂਦੇ ਸੀ, ਦਿੱਲੀ ਏਅਰਪੋਰਟ ਤੇ ਲੈ ਜਾਂਦੇ ਸੀ ਜਹਾਜ਼, ਦੇਸੀ ਨਹੀਂ ਸੀ ਰਿਹਾ। ਫਿਰ ਵਿਚਾਰਾਂ ਹੋਈਆਂ ਵੀ ਆਖਰ ਕਾਰਨ ਕੀ ਹੈ। ਫਿਰ ਸਿਆਣੇ ਗੁਰਸਿੱਖਾਂ ਨੇ ਉਹਨਾਂ ਨੂੰ ਸਮਝਾਇਆ, ਦੱਸਿਆ ਵੀ ਇਹ ਬਹੁਤ ਭਗਤੀ ਵਾਲੇ ਮਹਾਂਪੁਰਖਾਂ ਦਾ ਸਥਾਨ ਹੈ, ਜੇ ਤੁਸੀਂ ਇਹਨੂੰ ਜਿੰਦੇ ਲਾ ਦਿਓਗੇ ਤੇ ਤੁਹਾਡਾ ਏਅਰਪੋਰਟ ਨਹੀਂ ਚੱਲੇਗਾ। ਇੱਥੇ ਏਅਰਪੋਰਟ ਤੇ ਕੋਈ ਜਹਾਜ਼ ਲੈਂਡ ਨਹੀਂ ਕਰ ਸਕੇਗਾ ਜੇ ਤੁਸੀਂ ਮਹਾਂਪੁਰਖਾਂ ਦੇ ਸਥਾਨ ਨੂੰ ਜਿੰਦੇ ਲਾ ਦਿਓਗੇ। ਮੁਆਫੀਆਂ ਮੰਗੀਆਂ ਗਈਆਂ ਤੇ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਜਿੰਦੇ ਖੋਲ ਕੇ ਤੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਗਿਆ। ਅੱਜ ਵੀ ਉਹ ਸਥਾਨ ਉਵੇਂ ਜਿਵੇਂ ਚੜ੍ਹਦੀ ਕਲਾ ਦੇ ਵਿੱਚ ਹੈ। ਸਮਾਂ ਰੱਖਿਆ ਹੋਇਆ ਹੈ ਵੀ ਇਸ ਸਮੇਂ ਜਾ ਕੇ ਸੰਗਤਾਂ ਦਰਸ਼ਨ ਦਿਦਾਰੇ ਕਰ ਸਕਦੀਆਂ, ਮਹਾਰਾਜ ਦੀ ਸੇਵਾ ਕਰ ਸਕਦੀਆਂ, ਮਹਾਰਾਜ ਦੇ ਦੀਦਾਰ, ਮਹਾਂਪੁਰਸ਼ਾਂ ਦੇ ਅਸਥਾਨ ਨੂੰ ਸਿਜਦਾ ਕਰ ਸਕਦੀਆਂ। ਤੋ ਬਾਬਾ ਜਵੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਧੰਨ ਬਾਬਾ ਆਨੰਦ ਸਿੰਘ ਜੀ, ਨਾਨਸਰ ਕਲੇਰਾਂ ਵਾਲੇ ਇਕੱਠੇ ਭਗਤੀ ਕਰਦੇ ਰਹੇ। ਸਾਰਾਗੜ੍ਹੀ ਬਹੁਤ ਸਮਾਂ ਇਕੱਠਿਆਂ ਨੇ ਬਤੀਤ ਕਰਿਆ। ਔਰ ਸਾਰਾਗੜ੍ਹੀ ਗੁਰਦੁਆਰੇ ਬਾਬਾ ਆਨੰਦ ਸਿੰਘ ਤੇ ਬਾਬਾ ਜਵੰਦ ਸਿੰਘ ਜੀ ਦੋਵਾਂ ਮਹਾਂਪੁਰਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਤੱਖ ਦਰਸ਼ਨ ਕੀਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਗਟ ਕਰਕੇ। ਕਿੰਨੇ ਦਿਨਾਂ ਦੀ ਭੁੱਖ ਕੱਟੀ ਸੀ, ਵੱਡੀ ਕੁਰਬਾਨੀ ਕੀਤੀ ਸੀ ਦੋਵਾਂ ਮਹਾਂਪੁਰਖਾਂ ਨੇ। ਤੇ ਸੰਤ ਬਾਬਾ ਜਵੰਦ ਸਿੰਘ ਜੀ ਨੂੰ ਉਸ ਵੇਲੇ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤਾ ਸੀ ਕਿ ਸੰਤ ਜੀ ਤੁਹਾਡੀ ਕੀ ਇੱਛਾ ਹੈ, ਤੁਹਾਨੂੰ ਕੀ ਦੇਈਏ। ਤੇ ਬਾਬਾ ਜਵੰਦ ਸਿੰਘ ਜੀ ਕੀਰਤਨ ਬਹੁਤ ਸੋਹਣਾ ਕਰ ਲੈਂਦੇ ਸੀ। ਤੇ ਬਾਬਾ ਜਵੰਦ ਸਿੰਘ ਨੇ ਬੇਨਤੀ ਕੀਤੀ ਸੀ, ਹਜ਼ੂਰ ਇਹ ਕਿਰਪਾ ਕਰਿਓ ਜਿਵੇਂ ਅੱਜ ਤੁਹਾਡੇ ਦੀਦਾਰ ਹੋ ਰਹੇ ਹੈ, ਦਰਸ਼ਨ ਹੋ ਰਹੇ ਹੈ, ਜਦੋਂ ਵੀ ਕੀਰਤਨ ਕਰਾਂ ਮੈਨੂੰ ਤੁਹਾਡੇ ਇਸੇ ਹੀ ਤਰ੍ਹਾਂ ਦਰਸ਼ਨ ਹੋ, ਇਸੇ ਤਰ੍ਹਾਂ ਤੁਹਾਡੇ ਦੀਦਾਰ ਹੋ। ਤੇ ਉਸ ਵੇਲੇ ਫਿਰ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤਾ ਸੀ, ਸੰਤ ਜੀ ਤੁਹਾਨੂੰ ਤੇ ਦਰਸ਼ਨ ਹੋਣਗੇ ਹੀ ਹੋਣਗੇ, ਜਿਹੜਾ ਪ੍ਰੇਮ ਭਾਵਨਾ ਸ਼ਰਧਾ ਨਾਲ ਬੈਠ ਕੇ ਤੁਹਾਡਾ ਕੀਰਤਨ ਸੁਣਿਆ ਕਰੇਗਾ, ਉਹਨੂੰ ਵੀ ਸਾਡੇ ਦਰਸ਼ਨਾਂ ਦਾ ਝਲਕਾਰਾ ਵੱਜਿਆ ਕਰੇਗਾ, ਉਹਨੂੰ ਵੀ ਸਾਡੇ ਦੀਦਾਰ ਹੋਇਆ ਕਰਨਗੇ। ਉਹ ਬਾਬਾ ਜਵੰਦ ਸਿੰਘ ਜੀ ਮਹਾਰਾਜ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਗੁਰੂ ਭਾਈ ਸੀਗੇ ਜੀ। ਬਾਬਾ ਆਇਆ ਸਿੰਘ ਜੀਆਂ ਦੇ ਸੇਵਕ ਸੀਗੇ। ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਰਾਜਾ ਸਾਂਸੀ ਗਏ ਹੋਏ, ਉੱਥੇ ਦਾ ਇੱਕ ਸੰਧਾ ਵਾਲੀਆ ਪਰਿਵਾਰ ਦਾ ਵੱਡਾ ਸਰਦਾਰ ਸੀ ਰਘੁਬੀਰ ਸਿੰਘ। ਸੰਧਾ ਵਾਲੀਆ ਖਾਨਦਾਨ ਬੜਾ ਮਿਸਲਾਂ ਦੇ ਵੇਲੇ ਤੋਂ ਲੈ ਕੇ, ਜਦੋਂ ਮਿਸਲਾਂ ਦੇ ਵਿੱਚ ਸਿੱਖ ਵੰਡੇ ਹੋਏ ਸੀ, ਉਸ ਵੇਲੇ ਤੋਂ ਲੈ ਕੇ ਸੰਧਾ ਵਾਲੀਆ ਜਿਹੜਾ ਪਰਿਵਾਰ ਸੀ ਬੜਾ ਵੱਡਾ ਖਾਨਦਾਨ, ਬਹੁਤ ਜਾਇਦਾਦਾਂ ਦੇ ਮਾਲਕ ਸਨ ਇਹ। ਤੇ ਉਹਨਾਂ ਦਾ ਸਰਦਾਰ ਸੀ ਰਘੁਬੀਰ ਸਿੰਘ। ਸਰਦਾਰ ਰਘੁਬੀਰ ਸਿੰਘ ਨੇ ਨਵੀਂ ਕੋਠੀ ਤਿਆਰ ਕੀਤੀ ਸੀ ਤੇ ਉਹ ਸੰਤ ਬਾਬਾ ਜਵੰਦ ਸਿੰਘ ਜੀ ਦੇ ਦਰਸ਼ਨ ਕਰਨ ਹਿੱਤ ਤੇ ਸੰਤਾਂ ਨੂੰ ਆਪਣੀ ਕੋਠੀ ਲਿਜਾਣ ਹਿੱਤ ਬੇਨਤੀ ਕਰਨ ਵਾਸਤੇ ਆਇਆ ਵੀ ਆਪ ਜੀ ਸਮੁੱਚੀ ਸੰਤ ਮੰਡਲੀ ਦੇ ਸਮੇਤ ਕਿਰਪਾ ਕਰਕੇ ਦਰਸ਼ਨ ਦਿਓ, ਪ੍ਰਸ਼ਾਦਾ ਛਕੋ ਤੇ ਸਾਨੂੰ ਲਾਹਾ ਮਿਲੇ। ਬਾਬਾ ਜੀਆਂ ਨੇ ਸਰਦਾਰ ਦੀ ਬੇਨਤੀ ਮਨਜ਼ੂਰ ਕਰ ਲਈ। ਸੰਤ ਜਵੰਦ ਸਿੰਘ ਜੀ ਨੇ ਵੀ ਕੱਲ੍ਹ ਨੂੰ ਅੰਮ੍ਰਿਤ ਵੇਲੇ ਆਵਾਂਗੇ। ਅੰਮ੍ਰਿਤ ਵੇਲਾ ਹੋਇਆ। ਸੰਤ ਜਵੰਦ ਸਿੰਘ ਜੀ ਆਪਣੇ ਕੀਰਤਨੀ ਜਥੇ ਸਮੇਤ ਅਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੂੰ ਵੀ ਨਾਲ ਲਿਆ ਤੇ ਕੀਰਤਨ ਕਰਨ ਹਿੱਤ ਸਰਦਾਰ ਦੀ ਕੋਠੀ ਮਹਾਰਾਜ ਆ ਗਏ। ਬੜੇ ਮਹਾਨ ਰਸ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਸੰਤ ਬਾਬਾ ਜਵੰਦ ਸਿੰਘ ਜੀ ਨੇ ਕੀਤਾ। ਬੜਾ ਰਸੀਲਾ ਕੀਰਤਨ ਸੀ, ਸਰੋਤਿਆਂ ਨੂੰ ਇੱਕਦਮ ਇਕਾਗਰ ਕਰ ਲੈਂਦੇ ਸੀ। ਐਸੇ ਹੀ ਉਹਨਾਂ ਦੀ ਆਵਾਜ਼ ਦੇ ਵਿੱਚ ਖਿੱਚ ਸੀ। ਅੰਮ੍ਰਿਤਸਰ ਸਾਹਿਬ ਤੋਂ ਵੀ ਸੰਗਤਾਂ ਮਹਾਂਪੁਰਖਾਂ ਦਾ ਕੀਰਤਨ ਸੁਣਨ ਆਇਆ ਕਰਦੀਆਂ ਸੀ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸਮੁੱਚੀ ਸੰਤ ਮੰਡਲੀ ਵਾਸਤੇ ਲੰਗਰ ਤਿਆਰ ਹੋ ਗਿਆ। ਹੁਣ ਭੋਜਨ ਛਕਣ ਵਾਸਤੇ ਸੰਤਾਂ ਨੇ ਪੰਗਤ ਲਾ ਲਈ। ਪੰਗਤ ਦੇ ਵਿੱਚ ਸਾਰੇ ਸਾਧੂ ਬੈਠੇ ਆ।
ਪਰ ਮਹਾਂਪੁਰਖਾਂ ਦੇ ਉਸ ਵੇਲੇ ਹੱਥ ਸੁੱਚੇ ਕਰਾਉਣ ਦੀ ਸੇਵਾ ਨਾ ਸਰਦਾਰ ਨੇ ਕੀਤੀ, ਨਾ ਸਰਦਾਰ ਦੀਆਂ ਸਰਦਾਰਾਂ ਨੇ। ਸੇਵਾ ਕਿਹਨੇ ਕੀਤੀ ਜੀ? ਨੌਕਰਾਂ ਨੇ। ਥਾਲ ਪਰੋਸੇ ਤਾਂ ਵੀ ਨੌਕਰਾਂ ਨੇ। ਮਹਾਂਪੁਰਸ਼ਾਂ ਨੇ ਭੋਜਨ ਪ੍ਰਸ਼ਾਦਾ ਛਕ ਲਿਆ, ਬਾਅਦ ਦੇ ਵਿੱਚ ਹੱਥ ਸੁੱਚੇ ਉਹ ਵੀ ਨੌਕਰਾਂ ਨੇ ਕਰਾਏ। ਸਰਦਾਰ ਤੇ ਉਹਦਾ ਪਰਿਵਾਰ ਮਹਾਂਪੁਰਖ ਹੇਠਾਂ ਪੰਗਤ ਵਿੱਚ ਬੈਠੇ ਐ, ਉਹ ਸਾਹਮਣੇ ਕੁਰਸੀਆਂ ਤੇ ਬੈਠੇ ਐ ਤੇ ਹਾਸਾ ਮਖੌਲ ਕਰ ਰਹੇ ਐ। ਇਸ ਸਮੇਂ ਦੋਨੋਂ ਹੀ ਸੰਤਾਂ ਨੇ ਆਪਸ ਵਿੱਚ ਕੋਈ ਸਿਧਾਂਤ ਦੀ ਗੱਲ ਕਥਨ ਕੀਤੀ, ਫਿਰ ਭੋਜਨ ਦਾ ਅਰਦਾਸਾ ਸੋਧਣਾ ਸ਼ੁਰੂ ਕਰਿਆ। ਕੀ ਅਰਦਾਸ ਕੀਤੀ ਬਾਬਾ ਜੀ ਨੇ? ਕਹਿੰਦੇ, ਹੇ ਮਹਾਰਾਜ, ਤੇਰੀ ਦੇਗੋਂ ਪ੍ਰਸ਼ਾਦ ਛਕਿਆ, ਦਾਣਾ ਪਾਣੀ ਗੁਰੂ ਜੀ ਤੁਹਾਡਾ, ਤੇ ਟਹਿਲ ਸੇਵਾ ਸਰਦਾਰ ਦੇ ਨੌਕਰਾਂ ਦੀ ਲੇਖੇ ਲਾਇਓ। ਸਰਦਾਰ ਖਾਲੀ ਦੇ ਖਾਲੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਂਪੁਰਖਾਂ ਨੇ ਜਦ ਅਰਦਾਸ ਕੀਤੀ, ਵਿੱਚ ਕਹਿਤਾ ਸਰਦਾਰ ਖਾਲੀ ਦੇ ਖਾਲੀ। ਜਦ ਸੰਤਾਂ ਨੇ ਲੰਗਰ ਦੀ ਅਰਦਾਸ ਕੀਤੀ ਤਾਂ ਸਰਦਾਰ ਹੋਣੀ ਸੁਣੀ ਤਾਂ ਹੈਰਾਨ ਹੋ ਕੇ ਸੰਤਾਂ ਕੋਲ ਆ ਕੇ ਬੇਨਤੀ, ਮਹਾਰਾਜ ਆਹ ਅਰਦਾਸ ਕਿਹੜੇ ਢੰਗ ਨਾਲ ਕਰਤੀ? ਸੇਵਾ ਨੌਕਰਾਂ ਦੀ, ਸਰਦਾਰ ਖਾਲੀ ਦੇ ਖਾਲੀ। ਤਾਂ ਸੰਤ ਕਹਿਣ ਲੱਗੇ, ਸਰਦਾਰ ਜੀ ਸਾਨੂੰ ਦੁਨੀਆ ਸੰਤ ਕਹਿੰਦੀ ਆ। ਸੰਤਾਂ ਦੀ ਬਾਬਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਤਾਂ ਦੇ ਲੱਛਣ ਦੱਸੇ ਐ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਇਹ ਸੰਤ ਹਮੇਸ਼ਾ ਉਹੀ ਗੱਲ ਕਹੂ ਜਿਹੜੀ ਸੱਚੀ ਹੋਊਗੀ, ਜਿਹੜੀ ਅੱਖੀਂ ਦੇਖੀ ਹੋਊਗੀ। ਤੇ ਅਸੀਂ ਵੀ ਕਹਿੰਦੇ ਜੋ ਅੱਖਾਂ ਨਾਲ ਦੇਖਿਆ ਉਹੀ ਅਰਦਾਸ 'ਚ ਕਹਿਤਾ। ਕਹਿੰਦੇ ਸਰਦਾਰ ਜੀ ਸੁਣੋ, ਦਾਣਾ ਪਾਣੀ ਗੁਰੂ ਕਾ ਹੀ ਹੁੰਦਾ ਹੈ, ਜਿੱਥੇ ਮਰਜੀ ਛਕ ਲੋ। ਦਾਣਾ ਪਾਣੀ ਕਿਸੇ ਬੰਦੇ ਦਾ ਨਹੀਂ ਹੈ, ਪਰਮੇਸ਼ਰ ਦਾ ਹੈ। ਇਹ ਗੁਰੂ ਘਰ ਦਾ ਅਟੱਲ ਨਿਯਮ ਹੈ। ਗੁਰੂ ਨਾਨਕ ਨਾਮ ਲੇਵਾ ਜਿੰਨੇ ਵੀ ਸਿੱਖ ਨੇ ਉਹ ਇਹੀ ਨਿਸ਼ਚਾ ਕਰਦੇ ਨੇ ਵੀ ਜਿਹੜਾ ਵੀ ਦਾਣਾ ਪਾਣੀ ਹੈ ਇਹ ਪਰਮੇਸ਼ਰ ਦਾ, ਗੁਰੂ ਦਾ ਹੈ। ਇਹ ਅਸੀਂ ਗੁਰੂ ਦਾ ਕਹਿਤਾ, ਇਹ ਤਾਂ ਝੂਠ ਨਹੀਂ ਕਿਹਾ। ਕਹਿੰਦਾ ਇਹ ਗੱਲ ਠੀਕ ਹੈ ਜੀ, ਇਹ ਤਾਂ ਝੂਠ ਨਹੀਂ ਹੈ, ਇਹ ਤਾਂ ਕੋਈ ਫਰਕ ਨਹੀਂ। ਕਹਿੰਦਾ ਜੀ ਬਿਲਕੁਲ ਨਹੀਂ। ਹੁਣ ਅੱਗੇ ਸੁਣੋ, ਆਪ ਜੀ ਨੇ ਜਾਂ ਆਪ ਜੀ ਦੀ ਸਰਦਾਰਨੀ ਨੇ ਸੰਗਤ ਦੇ ਜੋੜੇ ਝਾੜੇ? ਕਹਿੰਦਾ ਨਾ ਜੀ। ਤੁਹਾਡੀ ਸਰਦਾਰਨੀ ਨੇ ਜਾਂ ਤੁਸੀਂ ਪ੍ਰਸ਼ਾਦਾ ਤਿਆਰ ਕਰਨ ਲਈ ਆਪਣੇ ਹੱਥੀਂ ਚੱਕੀ ਚਲਾ ਕੇ ਆਟਾ ਪੀਠਾ? ਕਹਿੰਦਾ ਨਾ ਜੀ। ਆਟਾ ਗੁੰਨਿਆ ਹੋਵੇ? ਕਹਿੰਦਾ ਨਾ ਜੀ। ਫੁਲਕੇ ਪਕਾਏ ਹੋਣ? ਕਹਿੰਦਾ ਨਾ ਜੀ। ਸੰਗਤ ਦੇ ਹੱਥ ਧੁਆ ਕੇ ਚੁਲਾ ਕਰਾਇਆ ਹੋਵੇ? ਕਹਿੰਦਾ ਨਾ ਜੀ। ਫਿਰ ਸਰਦਾਰ ਜੀ ਦੱਸੋ ਵੀ ਅਸੀਂ ਝੂਠ ਕਿੱਡਾ ਵੱਡਾ ਬੋਲ ਦਿੰਦੇ ਅਰਦਾਸ ਦੇ ਵਿੱਚ ਵੀ ਸੇਵਾ ਸਰਦਾਰ ਨੇ ਤੇ ਸਰਦਾਰਨੀ ਨੇ ਕੀਤੀ। ਇਹ ਕੰਮ ਕੀਤਾ ਸੇਵਾਦਾਰਾਂ ਤੇਰੇ ਨੌਕਰਾਂ ਨੇ, ਜਿਨ੍ਹਾਂ ਨੇ ਸੇਵਾ ਕੀਤੀ। ਵੇਖੋ ਕਿੱਡੀ ਬੇਪਰਵਾਹੀ। ਇਹ ਹੈ ਸੰਤ ਦੀ ਅਵਸਥਾ, ਬੇਪਰਵਾਹ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ। ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ। ਸੰਤ ਨਹੀਂ ਕਿਸੇ ਦੀ ਕਾਣ ਮੰਨਦੇ ਹੁੰਦੇ, ਹੋਵੇ ਸੰਤ ਕੋਈ। ਮਹਾਰਾਜ ਬਾਬਾ ਈਸ਼ਰ ਸਿੰਘ ਸਾਹਿਬ ਜੀ ਇੱਕ ਵਾਰੀ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਜੀ ਉਸ ਵੇਲੇ ਪੰਜਾਬ ਦਾ। ਹੁਣ ਸਮਾਂ ਮੰਗਿਆ ਮਹਾਰਾਜ ਦੇ ਕੋਲੋਂ ਵੀ ਮੈਨੂੰ 5 ਮਿੰਟ ਦੇ ਦਿਓ, ਮਿਲਣਾ ਹੈ, ਦਰਸ਼ਨ ਕਰਨੇ। ਮਹਾਰਾਜ ਕਹਿੰਦੇ ਇੰਨੇ ਵਜੇ ਆ ਜੀ। ਉਹ ਲੇਟ ਹੋ ਗਿਆ। ਸੰਤ ਮਾਰ ਨੇ ਪਰਵਾਹ ਨਹੀਂ ਕੀਤੀ, ਗੱਡੀ 'ਚ ਬੈਠ ਕੇ ਦੀਵਾਨ ਲਾਉਣ ਚਲੇ ਗਏ। ਉਹ ਵੀ ਮਗਰ ਦੀਵਾਨ 'ਚ ਚਲੇ ਗਿਆ। ਵਾਪਸ ਆ ਗਏ, ਕੁਰਸੀ ਲੱਗੀ, ਉਹ ਵੀ ਉੱਥੇ ਆ ਗਿਆ। ਸੰਗਤ ਮਿਲ ਰਹੀ ਹੈ, ਲਾਈਨ ਲੱਗੀ ਹੋਈ ਹੈ। 14ਵੇਂ ਨੰਬਰ ਤੇ ਪ੍ਰਤਾਪ ਸਿੰਘ ਕੈਰੋਂ ਖੜਾ ਹੈ, ਮੁੱਖ ਮੰਤਰੀ। ਸਾਰਿਆਂ ਨੇ ਕਿਹਾ ਕੈਰੋਂ ਸਾਹਿਬ ਨੂੰ ਅੱਗੇ ਲੰਘ ਜਾਣ ਦਿਓ, ਮੁੱਖ ਮੰਤਰੀ ਸਾਹਿਬ ਨੂੰ ਅੱਗੇ ਲੰਘ ਜਾਣ ਦਿਓ। ਉਸ ਵੇਲੇ ਪ੍ਰਤਾਪ ਸਿੰਘ ਕੈਰੋਂ ਕਹਿੰਦਾ ਬਿਲਕੁਲ ਨਹੀਂ। ਕਹਿੰਦਾ ਮੈਂ ਸਾਰਿਆਂ ਨੂੰ ਲਾਈਨਾਂ ਵਿੱਚ ਖੜਾਉਣਾ। ਅੱਜ ਪਹਿਲਾ ਸਾਧੂ ਦੇਖਿਆ ਜਿਹਨੇ ਮੈਨੂੰ ਲਾਈਨ ਵਿੱਚ ਖੜਾ ਕਰ ਲਿਆ। ਗਲਤੀ ਮੇਰੀ ਹੈ, ਮੈਂ ਲੇਟ ਹੋਇਆ ਸੀ।
ਤੋ ਇਹ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ ਬੇਪਰਵਾਹੀ। ਬੇਪਰਵਾਹੀ, ਜਿਨ੍ਹਾਂ ਨੂੰ ਇੱਕ ਪਰਮੇਸ਼ਰ ਤੋਂ ਬਿਨਾ ਕਿਸੇ ਤਾਈਂ ਕੋਈ ਮਤਲਬ ਹੀ ਨਾ ਹੋਵੇ। ਕੋਈ ਆਵੇ ਨਾ ਆਵੇ, ਕੋਈ ਮੱਥਾ ਟੇਕੇ ਨਾ ਟੇਕੇ, ਕੋਈ ਕੰਮ ਹੋਵੇ ਨਾ ਹੋਵੇ, ਸਿਰਫ ਇੱਕ ਪਰਮੇਸ਼ਰ ਦੇ ਨਾਲ ਜਿਨ੍ਹਾਂ ਦਾ ਨਾਤਾ ਹੈ, ਬੇਪਰਵਾਹ। ਤੋ ਹੁਣ ਸਰਦਾਰ ਤੇ ਸਰਦਾਰਨੀ ਦੇ ਖਾਨਿਓਂ ਗਈ ਵੀ ਇਹ ਤਾਂ ਗਲਤੀ ਤਾਂ ਸਾਡੀ ਹੈ, ਮਹਾਂਪੁਰਖਾਂ ਨੇ ਤਾਂ ਸੱਚ ਕਿਹਾ ਹੈ। ਗਲ 'ਚ ਪੱਲਾ ਪਾ ਕੇ ਚਰਨਾਂ ਤੇ ਢਹਿ ਕੇ ਮੱਥੇ ਟੇਕੇ, ਮਹਾਰਾਜ ਸਾਨੂੰ ਬਖਸ਼ ਲਓ। ਕਹਿੰਦੇ ਅਸੀਂ ਤਾਂ ਤੁਹਾਨੂੰ ਕੁਛ ਨਹੀਂ ਕਿਹਾ, ਜੋ ਸੱਚ ਸੀ ਅਸੀਂ ਬੋਲ ਦਿੱਤਾ। ਕਹਿੰਦੇ ਦਾਤਾ ਸਾਨੂੰ ਇੱਕ ਮੌਕਾ ਹੋਰ ਦੇ ਦਿਓ, ਇੱਕ ਮੌਕਾ ਹੋਰ ਦਿਓ, ਦੁਬਾਰਾ ਚਰਨ ਪਾਓ ਤੇ ਫਿਰ ਮਹਾਰਾਜ ਅਸੀਂ ਸੇਵਾ ਕਰਾਂਗੇ। ਅਸੀਂ ਗਲਤੀ ਬਹੁਤ ਵੱਡੀ ਕਰ ਬੈਠੇ। ਕਹਿੰਦੇ ਚੰਗਾ, ਕੱਲ੍ਹ ਨੂੰ ਫੇਰ ਆ ਜਾਵਾਂਗੇ। ਦਇਆਵਾਨ ਸਾਧੂ, ਕੱਲ੍ਹ ਨੂੰ ਫੇਰ ਆ ਜਾਵਾਂਗੇ। ਕਹਿੰਦੇ ਹੁਣ ਅੰਮ੍ਰਿਤ ਵੇਲੇ ਸਰਦਾਰ ਤੇ ਸਰਦਾਰਨੀ ਦੋਏ ਉੱਠੇ, ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਦੋਵਾਂ ਨੇ ਤਿਆਰੀ ਕੀਤੀ। ਸਾਰਾ ਲੰਗਰ ਪਾਣੀ ਆਪ ਹੱਥੀਂ ਤਿਆਰ ਕਰਿਆ। ਮਹਾਂਪੁਰਖਾਂ ਨੇ ਜਦੋਂ ਆ ਕੇ ਕੀਰਤਨ ਸ਼ੁਰੂ ਕੀਤਾ ਤਾਂ ਸਿੱਧੀ ਧਾਰਨਾ ਪੜ੍ਹੀ, ਜਿੱਥੇ ਹੋਵੇ ਨਾ ਹਰੀ ਦਾ ਵਾਸਾ, ਅੱਗ ਲੱਗੇ ਮੰਦਰਾਂ ਨੂੰ। ਹੁਣ ਦੋਏ ਸਰਦਾਰ ਤੇ ਸਰਦਾਰਨੀ ਮੂਹਰੇ ਬੈਠੇ ਸੁਣ ਰਹੇ ਐ ਵੀ ਅਸੀਂ ਕੋਠੀ ਨਵੀਂ ਬਣਾਈ ਐ ਤੇ ਸੰਤ ਕਿਹੋ ਜਿਹੇ ਸ਼ਬਦ ਪੜ੍ਹਦੇ, ਅੱਗ ਲੱਗੇ ਮੰਦਰਾਂ ਨੂੰ। ਦੋਵਾਂ ਦੇ ਅੱਖਾਂ 'ਚ ਪਾਣੀ ਆ ਗਿਆ। ਸੰਤ ਨੇਤਰ ਬੰਦ ਕਰੀ, ਸੰਤ ਬਾਬਾ ਜਵੰਤ ਸਿੰਘ ਜੀ ਕੀਰਤਨ ਕਰੀ ਜਾਂਦੇ। ਇੱਕ ਸਿੰਘ ਨੇ ਬੇਨਤੀ ਕਰੀ, ਮਹਾਰਾਜ ਸਰਦਾਰ ਤੇ ਸਰਦਾਰਨੀ ਬਹੁਤ ਬਰਾਗ ਕਰਦੇ। ਕਹਿੰਦੇ ਗੱਲ ਕੀ, ਕਿਉਂ ਰੋਂਦੇ? ਕਹਿੰਦੇ ਹਜ਼ੂਰ ਕੋਈ ਖੁਸ਼ੀਆਂ ਦਾ ਸ਼ਬਦ ਬਖਸ਼ੋ, ਖੁਸ਼ੀ ਦਾ ਸ਼ਬਦ ਪੜ੍ਹੋ। ਮਹਾਂਪੁਰ ਕਹਿੰਦੇ ਇਹ ਸ਼ਬਦ ਪੜ੍ਹ ਕੇ ਅਸੀਂ ਇਸ ਕੋਠੀ ਦੀ ਤਪਸ਼ ਨੂੰ ਠੰਡਾ ਕਰ ਰਹੇ ਹਾਂ, ਤਾਂ ਕਿ ਇੱਥੇ ਵਸਣ ਵਾਲਿਆਂ ਦੇ ਮਨਾਂ ਨੂੰ ਵੀ ਸ਼ਾਂਤੀ ਆ ਜਾਵੇ। ਮਹਾਂਪੁਰਖਾਂ ਨੇ ਐਸੇ ਅਨੇਕਾਂ ਸ਼ਬਦ ਪੜ੍ਹੇ। ਆਸਾ ਦੀ ਵਾਰ ਦਾ ਕੀਰਤਨ ਹੋਇਆ। ਆਪ ਹੱਥੀਂ ਪ੍ਰਸ਼ਾਦ ਪਾਣੀ ਛਕਾਇਆ ਮਹਾਂਪੁਰਸ਼ਾਂ ਨੂੰ। ਫਿਰ ਮਹਾਂਪੁਰਖਾਂ ਨੇ ਦੁਬਾਰਾ ਅਰਦਾਸ ਜਦੋਂ ਦੂਜੇ ਦਿਨ ਕੀਤੀ, ਫਿਰ ਆਖਿਆ ਦਾਣਾ ਪਾਣੀ ਗੁਰੂ ਕਾ, ਟਹਿਲ ਪਾਣੀ ਸਰਦਾਰਾਂ ਦੀ। ਟਹਿਲ ਸੇਵਾ ਸਰਦਾਰਾਂ ਨੇ ਕੀਤੀ। ਮਹਾਰਾਜ ਲੇਖੇ ਲਾਇਓ, ਬੂਹੇ ਖੁੱਲੇ ਰੱਖਿਓ, ਪਰਿਵਾਰ ਵਸਦਾ ਰਸਦਾ ਰਵੇ, ਜੋ ਆਵੇ ਸੋ ਰਾਜੀ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਤਾਂ ਹੁਣ ਇਸ ਤੋਂ ਉਪਰੰਤ ਜਦੋਂ ਮਹਾਂਪੁਰਖ ਤੁਰਨ ਲੱਗੇ ਤਾਂ ਸਰਦਾਰ ਤੇ ਸਰਦਾਰਨੀ ਦੋਵੇਂ ਜਣੇ ਸੰਤਾਂ ਦੇ ਜੋੜੇ ਸਾਫ਼ ਕਰ ਰਹੇ। ਆਪ ਸੰਤਾਂ ਦੇ ਚਰਨੀ ਜੋੜੇ। ਇਹ ਸ਼ਰਧਾ ਹੈ। ਜਦੋਂ ਸੰਗਤ ਤੁਹਾਡੇ ਘਰੇ ਆਉਂਦੀ ਹੈ, ਮਹਾਂਪੁਰਖ ਤੁਹਾਡੇ ਘਰੇ ਆਉਂਦੇ ਹੈ, ਮਤਾਂ ਜਾਣੋ। ਜੇ ਸੰਗਤ ਆਈ ਹੈ, ਮਤਾਂ ਜਾਣੋ ਫਲਾਨਾ ਹੈ, ਮੇਰਾ ਮਿੱਤਰ ਹੈ, ਮੇਰਾ ਰਿਸ਼ਤੇਦਾਰ ਹੈ, ਮੇਰਾ ਉਹ ਨਹੀਂ, ਤੁਹਾਡੇ ਘਰੇ ਗੁਰੂ ਨਾਨਕ ਸਾਹਿਬ ਆਪ ਆਏ। ਐਸੀ ਭਾਵਨਾ, ਐਸੀ ਸ਼ਰਧਾ ਬਣਾਉਣੀ ਹੈ। ਐਸੀ ਸ਼ਰਧਾ, ਐਸੀ ਭਾਵਨਾ ਬਣੇਗੀ ਤੇ ਉਸ ਭਾਵਨਾ ਨੂੰ ਫਲ ਲੱਗੇਗਾ। ਜਿਹਾ ਭਾਓ ਤੇਹਾ ਫਲ ਪਾਈਐ। ਫਲ ਲੱਗੇਗਾ ਜ਼ਰੂਰ, ਮਹਾਰਾਜ ਜ਼ਰੂਰ ਕਿਰਪਾ ਕਰਦੇ ਆ। ਤੋ ਇਸ ਸਰਦਾਰ ਰਘਵੀਰ ਸਿੰਘ ਦੇ ਸੰਧਾ ਵਾਲੀਆਂ ਪਰਿਵਾਰ ਦੇ ਕੋਈ ਸਮਾਂ ਆਇਆ, ਬੜੀ ਭਾਰੀ ਵਿਪਤਾ ਪਈ। ਇਹਦੀ ਸਰਦਾਰਨੀ ਨੂੰ ਕੋਈ ਅਸਾਧ ਰੋਗ ਲੱਗ ਗਿਆ। ਇਲਾਜ ਬੜੇ ਕਰਾਏ ਪਰ ਆਰਾਮ ਨਾ ਆਵੇ। ਪਿਛਲਾ ਕੋਈ ਕਰਮ ਸੀ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਕਰਮਾਂ ਦੀ ਗਤੀ ਨਹੀਂ ਇਸ ਤਰ੍ਹਾਂ ਛੁਟਕਾਰਾ ਹੁੰਦਾ। ਦੁੱਖ ਆ ਗਿਆ। ਇਲਾਜ ਬੜੇ ਕਰਾਏ, ਡਾਕਟਰ ਕੋਈ ਨਾ ਛੱਡਿਆ, ਵੈਦ ਕੋਈ ਨਾ ਛੱਡਿਆ, ਜੋਤਸ਼ੀ ਕੋਈ ਨਾ ਛੱਡਿਆ। ਅਖੀਰ ਟੂਣੇ ਟਾਮਣ ਵਾਲੇ ਤਾਂਤਰਿਕ ਵਗੈਰਾ ਹੋਰ ਸਾਰਿਆਂ ਦੇ ਬੂਹੇ ਖੜਕਾਏ ਪਰ ਆਰਾਮ ਨਾ ਆਵੇ। ਇੱਕ ਮਾਲਵੇ ਦੇ ਵਿੱਚ ਬੀਬੀ ਨਿਹਾਲ ਕੌਰ ਨਾਮ ਦੀ ਇੱਕ ਇਸਤਰੀ ਜੋ ਸੀ ਤਾਂ ਗੁਰੂ ਘਰ ਦੀ ਪ੍ਰੇਮਣ, ਉਹਦੇ ਪਾਸ ਵੀ ਸੰਗਤਾਂ ਬਹੁਤ ਆਇਆ ਕਰਦੀਆਂ ਸੀ। ਬੀਬੀ ਨਿਹਾਲ ਕੌਰ ਹਠੀ ਤਪੀ ਸੀ। 2 ਪਿਆਲੀਆਂ ਚਾਹ ਦੀਆਂ ਪੀ ਕੇ ਬਸ ਸਾਰੇ ਦਿਨ ਦੀ ਉਹਨਾਂ ਦੀ ਇਹੀ ਖੁਰਾਕ।
बहुत घरां दे विच इन्हां दी पूजा हुंदी सी, बहुत लोकी शरधा रखदे सी। फरीदकोट के राजे दे राही ये बीबी नूं राजा सांसी लिआंदा, सरदार दी कोठी। इस बीबी ने सप्ताह पाठ कराउण लई कहा, ये सप्ताह पाठ कराओ, हो जू ठीक। तो सरदार जी कहते बीबी जी तुसी अपने पाठी ला के पाठ अपनी निगरानी च कराओ। तैयारी हो गई। बीबी ने संत चन्नन सिंह रामगढ़ वाले, बाबा आनंद सिंह जी और होर अनेकां साधु जेड़े इन्हां दे प्रेम वाले सी। बाबा आनंद सिंह जी कलेरां वाले नहीं, ये होर बाबा आनंद सिंह जी होए ने। सद्या जी सारिਆਂ ਨੂੰ। ਹੁਣ एक दिन जो पाठी ਸਿੰਘਾਂ ਦੇ ਵਿੱਚ बाबा आनंद सिंह जी सन, सरदार रघबीर सिंह जी इकट्ठे बैठे है। बड़े खुले बचन होए भी आखिर गल की है राणी जी नूं, ये क्यों बीमार ने, कि होया की इन्हां नूं। कहंदे बीमारी दा सानूं तां समझ नहीं लग रही, भी शदा दा जिवें दौरा पैंदा ना, कमल पैंदा जिवें, रौला पाउंदी है दिन रात। ਇਹਦੇ पेके मर चुके हैं कई जी, वो दिखाई दिंदे, उन्होंने देख देख के रौला पाउंदी है। शदा दी बीमारी लोकी आखदे, इलाज बड़े कराए, हरेक किस्म के सिख साध की पूजा की है, पर आराम नहीं आया। इस करके कहंदा हुण मेरा तां साधां पर भी इतबार नहीं रहा। ये गल्लां करके सरदार चलिया गया। पर हुण बाबा आनंद सिंह जी ने संत चन्नन सिंह सारे पाठी ਸਿੰਘਾਂ ਨੂੰ इकट्ठे करिया, ਉਹਨਾਂ ਨੂੰ ਕਿਹਾ ਬਈ ਭਾਈ ਵੀਰੋ, ਇਹ ਬੀਬੀ ਨਿਹਾਲ ਕੌਰ ਨੇ ਸਾਡੇ ਕੋਲੋਂ ਬਿਨਾਂ ਸੋਚੇ ਸਮਝੇ ਇੱਥੇ ਪਾਠ ਰਖਵਾਤਾ। ਇਹ ਤਾਂ ਕੰਮ ਬਹੁਤ ਔਖਾ ਹੈ। ਜੇ ਸਾਡਾ ਪਾਠ ਕੀਤਿਆਂ ਤੇ ਰਾਣੀ ਨੂੰ ਆਰਾਮ ਨਾ ਆਇਆ, ਸਰਦਾਰਨੀ ਠੀਕ ਨਾ ਹੋਈ, ਤਾਂ ਸਰਦਾਰ ਤਾਂ ਨਾਸਤਕ ਬਣ ਜਾਊਗਾ, ਇਹ ਤਾਂ ਨਿਸ਼ਰਦਕ ਹੋ ਜਾਊਗਾ भी गुरु ग्रंथ साहिब दे विच कोई ताकत नहीं है, सिख साधां च कोई ताकत नहीं है, ये तां जवाब देना औखा हो जू। कहंदे फिर कहंदे हुण मैनूं तां इक्को ही राह दीदा है भी जे हरखोवाल के संत आ जाण बाबा जवाला सिंह जी, तां वो कोई गल कर सकदे है। सरदार नाल सलाह कीती, सरदार ने अपनी कार भेजी। जिस वेले सिंह लैण वास्ते महापुरखां नूं संतगढ़ डेरे आ गए ते अमृत वेले दा समां सी ते संत महाराज बड़ाचौर जाण वास्ते तैयारी करी बैठे सी। जद जाके सारी गलबात दसी ते संत महाराज बाबा जोत सिंह नूं सद के कहंदे काका तैयारी कर बई, राजा सांसी जाना है। कहंदे महाराज आपां तां बड़ाचौर जाना सी, हजूर एकदम प्रोग्राम बदली हो गया। कहते हाँ भाई जोत सिया, इधर साडे साध कड़िक्की च फसे हुए है, पहला इन्हां नूं छड़ा लईए। अकाल पुरख वालों सानू हुक्म होया भी पहला इन्हां साधां दी सार लो, ये फसे हुए है, तां हुण सानू राजा सांसी जाना पैना। उस वेले फिर संत महाराज आप, बाबा जोत सिंह ते तहसीलदार जगत सिंह ये कार विच बैठ के संत चन्नन सिंह जी लैण आए सी। रात तक राजा सांसी पहुंच गए। सरदार ने संतां दा सत्कार बड़ा करिया। महापुरख कहण लगे, कहंदे सरदार जी तुसीं चाहुंदे हो भी सरदारनी ठीक हो जे? कहना महाराज इसे ही करके तो सारा यतन कर रहा है। कहते ये दसो भी थोड़ा नितनेम की है? संत मारे कहते किन्नी बाणी पढ़ते हो, किन्ना सिमरन करते हो? कहता जी पाठ सिमरन करने का तो टाइम ही नहीं है, मैनू तो दीवान खाने विचों नहीं समा मिलता। क्योंकि अंग्रेज़ों ने सरदार नूं संधा वालिया नूं ऑनरेरी मजिस्ट्रेट की पदवी दी हुई सी। ऑनरेरी जज की पदवी कचहरी लाउंदा सी। ये कहंदा जी कचहरी तो नहीं वेल मिलता। कहंदे परिवार दे विच होर कोई बाणी पढ़दा होवे सिमरन? कहंदे बिल्कुल भी नहीं जी, कोई भी नहीं। तो महापुर कहंदे फिर टेढ़ी बाग टेढ़े चले लागे पीरे खान, भाओ भगत स्यों काज न कछुआ मेरो काम दीवान।
ਮਹਾਂਪੁਰਖਾਂ ਨੇ ਜਦ ਇਹ ਪੰਕਤੀ ਪੜ੍ਹੀ, ਕਹਿੰਦੇ ਵੀ ਤੁਹਾਡੇ ਫਿਰ ਇੱਥੇ ਸੁੱਖ ਕੀ ਵਸੂ, ਜਿਸ ਘਰ ਵਿੱਚ ਕੋਈ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਉਸ ਘਰ ਵਾਲੇ ਆਪ ਵੀ ਭੂਤਨੇ ਹੁੰਦੇ ਐ, ਤੇ ਉਹਨਾਂ ਦੇ ਫਿਰ ਰਿਸ਼ਤੇਦਾਰ ਬਾਕੀ ਭੂਤਨੇ ਵੀ ਉਹਨਾਂ ਨੂੰ ਮਿਲਣ ਆਏ ਜਾਂਦੇ ਆ। ਹੁਣ ਕਹਿੰਦੇ ਬਈ ਗੱਲ ਸੁਣ ਲੈ, ਇਸ ਵਿਧੀ ਦੇ ਨਾਲ ਜੇ ਸਿਮਰਨ ਕਰੋਗੇ, ਨਾਮ ਜਪੋਗੇ ਤੇ ਬੀਬੀ ਠੀਕ ਹੋ ਜਾਏਗੀ, ਨਹੀਂ ਤਾਂ ਸਾਨੂੰ ਨਾ ਕਿਹੋ। ਐਦਾਂ ਨਹੀਂ ਠੀਕ ਹੋਣਾ ਇਹਨੇ। ਹੋਰ ਮਹਾਂਪੁਰਖਾਂ ਨੇ ਦੱਸਿਆ ਵਿਧੀ ਕੀ ਹੈ ਜੀ। ਕਹਿੰਦੇ ਅਖੰਡ ਘਿਓ ਦੀ ਜੋਤ ਜਗਾਉਣੀ ਹੈ, ਧੂਪ ਦਾ ਪਹਿਰਾ ਰੱਖਣਾ ਹੈ, 2 ਘੰਟੇ ਮੂਲ ਮੰਤਰ ਦਾ ਜਾਪ ਹੋਣਾ ਚਾਹੀਦਾ, ਕੇਸੀ ਇਸ਼ਨਾਨ ਕਰਕੇ ਨਵੇਂ ਚਿੱਟੇ ਵਸਤਰ ਪਹਿਨ ਕੇ ਬੈਠਣਾ, ਚੜ੍ਹਦੇ ਵੱਲ ਨੂੰ ਮੁੱਖ ਕਰਕੇ 2 ਘੰਟੇ ਸਿਮਰਨ ਹੋਣਾ ਚਾਹੀਦਾ। ਸਰਦਾਰ ਕਹਿੰਦਾ ਇਹ ਤਾਂ ਕੰਮ ਬਹੁਤ ਔਖਾ ਜੀ, ਕਿਸੇ ਪਾਠੀ ਨੂੰ ਕਹਿ ਕੇ ਨਾ ਕਰਵਾ ਲਿਆ ਕਰੀਏ। ਇੱਕਦਮ ਸੰਤ ਮਹਾਰਾਜ ਦਾ ਚਿਹਰਾ ਜਲਾਲ ਵਿੱਚ ਆ ਗਿਆ। ਕਹਿੰਦੇ ਓਏ ਸਰਦਾਰਾ, ਰੱਬ ਮਾਇਆ ਦੇ ਨਾਲ ਪ੍ਰਸੰਨ ਨਹੀਂ ਹੁੰਦਾ। ਤੈਨੂੰ ਹੰਕਾਰ ਹੈ ਆਪਣੀ ਮਾਇਆ ਦਾ, ਆਪਣੇ ਪੈਸੇ ਦਾ। ਤੂੰ ਕਹਿੰਦਾ ਵੀ ਪੈਸੇ ਨਾਲ ਸਭ ਕੁਝ ਖਰੀਦਿਆ ਜਾਣਾ ਹੈ, ਏਦਾਂ ਨਹੀਂ ਹੋ ਸਕਦਾ। ਸਰਦਾਰ ਨਿਮਰਤਾ ਸਹਿਤ ਕਹਿੰਦਾ ਮਹਾਰਾਜ ਮਿਹਰ ਕਰੋ, ਮੇਰੇ ਤੋਂ ਗਲਤੀ ਹੋ ਗਈ। ਫਿਰ ਉਹ ਸਰਦਾਰ ਦੀਆਂ 4 ਲੜਕੀਆਂ ਸੀ, ਉਹਨਾਂ ਬੇਨਤੀ ਕੀਤੀ ਮਹਾਰਾਜ ਜੀ ਜੋ ਤੁਸੀਂ ਇਹ ਸੇਵਾ ਹੁਕਮ ਲਾਇਆ ਇਹ ਅਸੀਂ ਕਰਾਂਗੇ। ਮਹਾਂਪੁਰਸ਼ ਕਹਿੰਦੇ ਤੁਸੀਂ ਹੁਣ ਇੱਧਰ ਭੋਗ ਪਾਓ, ਸਪਤਾਹ ਪਾਠ ਜਿਹੜਾ ਰੱਖਿਆ ਹੋਇਆ ਹੈ ਅਗਲੇ ਦਿਨ ਤੋਂ ਇਹ ਨਿਯਮ ਸ਼ੁਰੂ ਕਰ ਲਓ। ਆਉਂਦੀ ਮੱਸਿਆ ਨੂੰ ਅਸੀਂ ਤਰਨਤਾਰਨ ਸਾਹਿਬ ਆਉਣਾ ਹੈ, ਫਿਰ ਸਾਨੂੰ ਆ ਕੇ ਦੱਸੋ ਵੀ ਬੀਬੀ ਦਾ ਕੀ ਹਾਲ ਹੈ। 15 ਦਿਨ ਰਹਿੰਦੇ ਸੀ ਮੱਸਿਆ ਨੂੰ। ਮਹਾਂਪੁਰਖਾਂ ਦੀ ਦੱਸੀ ਜੁਗਤੀ ਦੇ ਅਨੁਸਾਰ ਫਿਰ ਇਹ ਮਹਾਂਪੁਰਸ਼ਾਂ ਨੇ ਜੋ ਦੱਸਿਆ ਸੀ ਉਹ ਸ਼ੁਰੂਆਤ ਕੀਤੀ ਜਾਪ ਦੀ। 15 ਦਿਨ ਬਾਅਦ ਤਰਨਤਾਰਨ ਸਾਹਿਬ ਜਾ ਕੇ ਦੱਸਿਆ ਗਿਆ ਬਾਬਾ ਜੀ ਹੁਣ ਜੋ ਆਲ ਪਤਾਲ ਬੋਲਦੀ ਸੀ ਬੀਬੀ ਚੁੱਪ ਕਰ ਗਈ ਹੈ, ਬੋਲਦੀ ਨਹੀਂ ਹੈ, ਨਾ ਕੱਪੜੇ ਪਾੜ ਪਾੜ ਸਿੱਟਦੀ ਹੈ, ਕੁਛ ਸ਼ਾਂਤੀ ਹੋ ਗਈ ਹੈ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਜਾਪ ਬੰਦ ਨਾ ਕਰਿਓ, ਅਗਲੀ ਮੱਸਿਆ ਫੇਰ ਆਇਓ। ਭਾਵ ਕਹਿਣ ਤੋਂ ਇਹ ਹੈ ਅਗਲੀ ਮੱਸਿਆ ਹੋਰ, ਅਗਲੀ ਮੱਸਿਆ ਹੋਰ। ਏਦਾਂ ਮਹਾਂਪੁਰਖਾਂ ਨੇ ਕਈ ਮਹੀਨੇ ਇਸ ਪਰਿਵਾਰ ਦੇ ਕੋਲੋਂ ਜਪ ਤਪ ਕਰਵਾਇਆ ਔਰ ਬੀਬੀ ਬਿਲਕੁਲ ਠੀਕ ਹੋ ਗਈ, ਬਿਲਕੁਲ ਤੰਦਰੁਸਤ ਹੋ ਗਈ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਦੇ ਜੀਵਨ ਦੇ ਬਿਰਤਾਂਤ ਹਨ। ਮਹਾਂਪੁਰਖ ਨਾਮ ਜਪਦੇ ਤੇ ਨਾਮ ਜਪਾਉਂਦੇ। ਆਪ ਜਪੈ ਅਬ ਰਹਿ ਨਾਮ ਜਪਾਵੈ। ਆਪ ਤਾਂ ਜੁੜੇ ਹੁੰਦੇ ਮਹਾਂਪੁਰਖ, ਤੇ ਮਹਾਂਪੁਰਖ ਜਿਹੜਾ ਪਰਉਪਕਾਰ ਕਰਦੇ ਹੈ ਦੁਨੀਆ ਨੂੰ ਜੋੜਨ ਦਾ, ਦੁਨੀਆ ਨੂੰ ਜੋੜਨ ਦਾ। ਐਸੇ ਮਹਾਂਪੁਰਖਾਂ ਨੂੰ ਸਦਾ ਸਦਾ ਨਮਸਕਾਰ ਹੈ। ਸੋ ਆਓ ਇਤਨੀ ਹਾਜ਼ਰੀ ਸਮਾਂ ਪ੍ਰਵਾਨ ਕਰਿਓ। ਸਮਾਂ ਹੋ ਗਿਆ, ਸਮਾਂ ਇਜਾਜ਼ਤ ਨਹੀਂ ਦਿੰਦਾ ਜੀ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ। ਇੱਕ ਵਾਰੀ ਫੇਰ ਬੇਨਤੀ ਪ੍ਰਵਾਨ ਕਰਿਓ। ਕੱਲ ਨੂੰ ਹਜ਼ੂਰ ਗਰੀਬ ਨਵਾਜ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸ਼ਹੀਦੀ ਦਾ ਪੁਰਬ ਹੈ। ਮਹਾਰਾਜ ਦੀ ਕੁਰਬਾਨੀ ਨੂੰ ਆਪਾਂ ਸਿਜਦਾ ਕਰਨਾ ਸਭ ਨੇ। ਆਪੋ ਆਪਣੇ ਘਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਜਿੰਨੀ ਵੱਧ ਤੋਂ ਵੱਧ ਬਾਣੀ ਜੋ ਦਾਸ ਬੇਨਤੀ ਕਰ ਰਹੇ ਘੱਟ ਤੋਂ ਘੱਟ ਹੈ, ਇਦੋਂ ਵੱਧ ਜਿੰਨਾ ਕਰ ਸਕੋ ਆਪ ਜੀ ਦੀ ਖੁਸ਼ੀ ਹੈ। ਹਜ਼ੂਰ ਕਿਰਪਾ ਕਰਨ। ਜੇ ਸੁਖਮਨੀ ਸਾਹਿਬ ਦੇ ਪਾਠ ਕਰਨੇ ਤੇ ਘੱਟੋ ਘੱਟ ਕੱਲ ਨੂੰ 2 ਪਾਠ ਸੁਖਮਨੀ ਸਾਹਿਬ ਦੇ ਕਰਿਓ। ਜਪਜੀ ਸਾਹਿਬ ਕਰਨੇ ਹੈ ਤੇ ਘੱਟੋ ਘੱਟ 21 ਪਾਠ ਜਪਜੀ ਸਾਹਿਬ ਦੇ ਕਰਿਓ। ਚੌਪਈ ਸਾਹਿਬ ਕਰਨੇ ਹੈ ਤੇ 51 ਪਾਠ ਚੌਪਈ ਸਾਹਿਬ ਦੇ ਕਰਿਓ। ਤੇ ਜੇਕਰ ਮੂਲ ਮੰਤਰ ਕਰਨਾ ਹੈ ਤੇ 11 ਮਾਲਾ 108 ਮਣਕਿਆਂ ਵਾਲੀਆਂ ਮੂਲ ਮੰਤਰ ਦੀਆਂ ਕਰਿਓ। ਤੇ ਜੇ ਗੁਰਮੰਤਰ ਕਰਨਾ ਤੇ 101 ਮਾਲਾ 78 ਗੁਰਮੰਤਰ ਦੀ ਕਰਿਓ। ਮਹਾਰਾਜ ਭਲਾ ਕਰਨਗੇ। ਤੇ ਸ਼ਾਮਾਂ ਤੱਕ ਜੇ ਹੋ ਸਕੇ ਰਾਤ ਤੱਕ ਤੇ ਆਪ ਜੀ ਕਿਰਪਾ ਕਰਕੇ ਸਾਨੂੰ ਸੂਚਿਤ ਕਰ ਦਿਓ। ਫਿਰ ਸ਼ਾਮ ਦੀ ਅਰਦਾਸ ਦੇ ਵਿੱਚ ਸਭ ਦੇ ਨਿਤਨੇਮ ਜਾਪ ਦੀ ਅਰਦਾਸ ਅਸੀਂ ਕਰਾਂਗੇ ਜੀ। ਮਹਾਰਾਜ ਸਭ ਦਾ ਭਲਾ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਿਓ। ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।